ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਵਾਰ ਮਹੱਲਾ ਤੀਜਾ। ਸ਼ਲੋਕ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋਂ ਜਾਏ। ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ। ਵੈਣ ਗਾਹਕ ਗੁਣ ਵੇਚੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਬਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਵਾਰ ਮਹੱਲਾ ਤੀਜਾ। ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਾਰ ਉਚਾਰਨ ਕਰਦੇ ਹਨ। ਵਾਰ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਹੈ। ਇਸੇ ਪ੍ਰਕਾਰ ਇਸ ਵਾਰਨਾਮੀ ਬਾਣੀ ਵਿੱਚ ਗੁਰਮੁਖ ਅਤੇ ਮਨਮੁਖ ਵਿਵੇਕ ਅਤੇ ਮੋਹ ਦਾ ਮੁਕਾਬਲਾ ਹੈ, ਜਿਸ ਵਿੱਚ ਗੁਰਮੁਖ ਵਿਵੇਕ ਦੀ ਜਿੱਤ ਅਤੇ ਮਨਮੁਖ ਮੋਹ ਦੀ ਹਾਰ ਕਥਨ ਕੀਤੀ ਹੋਈ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਲੋਕ ਉਚਾਰ ਰਹੇ ਹਨ। ਏਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦਿ। ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੀਜ ਮੰਤਰ ਉਚਾਰਨ ਕਰਕੇ ਪ੍ਰਭੂ ਦਾ ਮੰਗਲ ਕੀਤਾ ਹੈ। ਜਿੱਥੇ ਮੰਗਲ ਲਿਖਿਆ ਹੈ ਉੱਥੇ ਹੀ ਮੰਗਲ ਸਹੀ ਹੈ। ਇਹ ਨਹੀਂ ਵੀ ਇਹਨੂੰ ਚੁੱਕ ਕੇ ਉੱਪਰ ਲਾ ਦਿਓ ਜਾਂ ਸ਼ਲੋਕ ਮਹੱਲਾ ਪਹਿਲਾ ਇਹ ਬਾਅਦ ਵਿੱਚ ਕਰ ਦਿਓ। ਜਿਸ ਤਰ੍ਹਾਂ ਸਾਹਿਬਾਂ ਨੇ ਲਿਖਿਆ ਹੈ ਉਸੇ ਤਰ੍ਹਾਂ ਸਹੀ ਹੈ। ਸ਼ਲੋਕ ਮਹੱਲਾ ਪਹਿਲਾ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਗ ਜਲੰਧੇ ਨੂੰ ਧਾਰਦੇ ਹੋਏ ਬਿਸ਼ੰਬਰਪੁਰ ਮਤਲਬ ਪਟਨੇ ਦੀ ਧਰਤੀ 'ਤੇ ਜਾ ਰਹੇ ਸਨ, ਉਸ ਸਮੇਂ ਭਾਈ ਮਰਦਾਨਾ ਜੀ ਨੇ ਬੇਨਤੀ ਕਰਕੇ ਕਿਹਾ ਕਿ ਹੇ ਮਹਾਰਾਜ ਜੀ ਕੁਝ ਪ੍ਰਸ਼ਾਦ ਪਾਣੀ ਵੀ ਛਕਾਓਗੇ ਕਿ ਐਵੇਂ ਉਜਾੜਾਂ ਜੀ ਲਈ ਫਿਰਦੇ ਰਹੋਗੇ। ਤਾਂ ਗੁਰੂ ਜੀ ਨੇ ਹੱਸ ਕੇ ਕਿਹਾ ਕਿ ਭਾਈ ਮਰਦਾਨਾ ਜੀ ਇੱਥੋਂ ਪਾਸ ਹੀ ਇੱਕ ਨਗਰ ਹੈ, ਉੱਥੇ ਜਾ ਕੇ ਪ੍ਰਸ਼ਾਦ ਛਕ ਲਵੀਂ। ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਜੀ ਸਾਡੇ ਪਾਸ ਕਿਹੜਾ ਦਮੜੇ ਨੇ ਜਿਨ੍ਹਾਂ ਨਾਲ ਨਗਰ ਵਿੱਚੋਂ ਕੁਝ ਖਰੀਦ ਕੇ ਖਾ ਲਵਾਂਗੇ। ਤਦੋਂ ਗੁਰੂ ਜੀ ਨੇ ਤੁਰਦੇ ਹੋਇਆਂ ਰੇਤੇ ਵਿੱਚ ਪੈਰ ਦਾ ਅੰਗੂਠਾ ਮਾਰਿਆ।
ਜਦੋਂ ਇੱਕ ਲਾਲ ਨਿਕਲ ਆਇਆ, ਉਹ ਭਾਈ ਮਰਦਾਨਾ ਜੀ ਨੂੰ ਪਕੜਾ ਦਿੱਤਾ। ਫਿਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਟਨਾ ਸਾਹਿਬ ਜੀ ਦੇ ਉਸ ਸਥਾਨ ਉੱਪਰ ਬੈਠ ਗਏ ਜਿੱਥੇ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ। ਉੱਥੇ ਬੈਠ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਉਸ ਲਾਲ ਦਾ ਮੁੱਲ ਪਾਉਣ ਲਈ ਨਗਰ ਵਿੱਚ ਭੇਜ ਦਿੱਤਾ, ਜਿਸ ਦਾ ਕਿਸੇ ਨੇ 2 ਪੈਸੇ, ਕਿਸੇ ਨੇ 1 ਰੁਪਈਆ, ਕਿਸੇ ਨੇ 100 ਰੁਪਈਆ ਮੁੱਲ ਪਾਇਆ। ਉਹ ਜੌਹਰੀਆਂ ਵਾਲਾ ਬਾਜ਼ਾਰ ਵੱਜਦਾ ਅੱਜ ਵੀ। ਉੱਥੇ ਬਾਜ਼ਾਰ ਹੈ ਅਤੇ ਜੌਹਰੀਆਂ ਦੀਆਂ ਦੁਕਾਨਾਂ ਨੇ। ਇੱਕ ਗੁਰਦੁਆਰਾ ਸਾਹਿਬ ਵੀ ਹੈ, ਜਿਸ ਜੌਹਰੀ ਦੀ ਦੁਕਾਨ ਤੋਂ ਭਾਈ ਮਰਦਾਨਾ ਜੀ ਨੂੰ ਐਡਰੈਸ ਮਿਲਿਆ ਸੀ ਕਿ ਗੁਰਮੁਖ ਪਿਆਰਿਆ, ਹੇ ਸਾਧੂ ਸੰਤ, ਹੇ ਮਹਾਰਾਜ, ਤੂੰ ਇਹਨਾਂ ਭੁੱਖੇ ਨੰਗੇ ਗਰੀਬ ਜੌਹਰੀਆਂ ਕੋਲੋਂ ਕੀ ਪ੍ਰਾਪਤ ਕਰ ਸਕਦਾ ਹੈ? ਇਹ ਲਾਲ ਬੜਾ ਕੀਮਤੀ ਹੈ ਅਤੇ ਇਹਦਾ ਮੁੱਲ ਜਿਹੜਾ ਹੈ ਸਾਲਸਰਾਏ ਜੌਹਰੀ ਪਾਏਗਾ। ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿੱਥੋਂ ਭਾਈ ਮਰਦਾਨਾ ਜੀ ਨੂੰ ਸਾਲਸਰਾਏ ਜੌਹਰੀ ਦਾ ਘਰ ਪਤਾ ਲੱਗਿਆ ਸੀ। ਸੋ ਘਰ ਦੇ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਹੈ ਉੱਪਰਲੀ ਮੰਜ਼ਿਲ 'ਤੇ। ਜਦ ਮੈਂ ਦਰਸ਼ਨ ਕੀਤੇ ਜੇ ਗੁਰਦੁਆਰਾ ਸਾਹਿਬ ਨਵੀਨ ਤਰੀਕੇ ਨਾਲ ਇਮਾਰਤ ਤਿਆਰ ਨਹੀਂ ਸੀ ਹੋਈ। ਸੋ ਗੁਰੂ ਸਾਹਿਬ ਜੀ ਨੇ ਜਦ ਮਰਦਾਨਾ ਜੀ ਨੂੰ ਭੇਜਿਆ ਅਤੇ ਜੋ ਮਰਦਾਨਾ ਜੀ ਸਨ ਉਹ ਘੁੰਮ ਘੁਮਾ ਕੇ ਕਹਿੰਦੇ ਵਾਪਸ ਆ ਗਏ ਅਤੇ ਆਖਿਆ, ਸਤਿਗੁਰੂ ਜੀ, ਮੈਂ ਸੁਣਿਆ ਕਿ ਲਾਲ ਬੇਕੀਮਤਾ ਹੁੰਦਾ ਹੈ, ਪਰ ਇੱਥੇ ਤਾਂ ਇਹਦਾ ਥੋੜ੍ਹਾ ਕੀ ਮੁੱਲ ਪਾਇਆ ਹੈ। ਤਦੋਂ ਕਹਿੰਦੇ ਗੁਰੂ ਮਹਾਰਾਜ ਨੇ ਇੱਥੇ ਲਿਖਿਆ ਕਿ ਭਾਈ ਮਰਦਾਨਾ ਜੀ ਨੂੰ ਇੱਕ ਸਾਲਸਰਾਏ ਜੌਹਰੀ ਦੇ ਪਾਸ ਭੇਜਣਾ ਕੀਤਾ। ਭਾਈ ਮਰਦਾਨਾ ਕਿਸੇ ਤੋਂ ਪੁੱਛ ਪਛਾ ਕੇ ਸਾਲਸਰਾਏ ਜੌਹਰੀ ਦੇ ਪਾਸ ਪਹੁੰਚਿਆ। ਇਹ ਵੀ ਹੋ ਸਕਦਾ ਹੈ ਕਿ ਜਦ ਗੁਰੂ ਸਾਹਿਬ ਨੇ ਆਪ ਨਾਮ ਦੱਸਿਆ ਅਤੇ ਜਿਹਨੇ ਸਹੀ ਰਸਤਾ ਦੱਸਿਆ ਕਿ ਇਹ ਇਸ ਬਾਜ਼ਾਰ 'ਚ ਨਹੀਂ ਹੈ, ਪਰਲੇ ਪਾਸੇ ਉਹਦੀ ਹਵੇਲੀ ਹੈ, ਉੱਥੇ ਜੌਹਰੀਆਂ ਦੇ ਬਾਜ਼ਾਰ 'ਚ ਗੁਰਦੁਆਰਾ ਸਾਹਿਬ ਹੈ। ਜਦ ਸਾਲਸਰਾਏ ਜੌਹਰੀ ਦੇ ਪਾਸ ਭਾਈ ਮਰਦਾਨਾ ਜੀ ਪਹੁੰਚਿਆ, ਉਹਨੇ ਲਾਲ ਦੇ ਦਰਸ਼ਨ ਕਰਦਿਆਂ ਭਾਈ ਮਰਦਾਨਾ ਜੀ ਰੁਪਈਆ 100 ਉਹਦੇ ਹੱਥ ਫੜਾ ਦਿੱਤਾ। ਕਹਿੰਦੇ, ਲੈ ਮਹਾਰਾਜ, ਇਹ ਸੰਤ ਜੀ, ਇਹਦੀ ਦਰਸ਼ਨੀ ਭੇਟਾ ਹੈ। ਅਤੇ ਲਾਲ ਦੀ ਕੀਮਤ ਬਾਰੇ ਕੁਝ ਦੱਸ ਨਾ ਸਕਿਆ, ਭਾਵ ਕਿਹਾ ਕਿ ਬਹੁਤ ਅਮੁੱਲਕ ਵਸਤੂ ਹੈ। ਤਦੋਂ ਭਾਈ ਮਰਦਾਨਾ ਜੀ ਨੇ 100 ਰੁਪਈਆ ਲੈ ਕੇ ਸਤਿਗੁਰਾਂ ਦੇ ਪਾਸ ਪਹੁੰਚਣਾ ਕੀਤਾ ਅਤੇ 100 ਰੁਪਈਆ ਦਿਖਾਇਆ। ਗੁਰੂ ਜੀ ਨੇ ਕਿਹਾ, ਭਾਈ ਮਰਦਾਨਾ ਜੀ, ਇਹ 100 ਰੁਪਈਆ ਨੂੰ ਵਾਪਸ ਕਰਿਆ। ਭਾਈ ਮਰਦਾਨਾ ਜੀ ਉਹਨੂੰ ਪੈਸੇ ਵਾਪਸ ਕਰਨ ਗਿਆ ਤਾਂ ਉਹਨੇ ਕਿਹਾ ਕਿ ਮੈਂ ਇਸ ਲਾਲ ਦੀ ਦਰਸ਼ਨੀ ਭੇਟਾ ਦਿੱਤੀ ਹੈ, ਗੁਰਮੁਖੋ, ਤੁਸੀਂ ਇਹ ਰੱਖ ਲਵੋ। ਭਾਈ ਮਰਦਾਨਾ ਜੀ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਦੱਸ ਦਿੱਤਾ। ਤਦੋਂ ਗੁਰੂ ਜੀ ਨੇ ਕਿਹਾ ਕਿ ਜੇਕਰ ਅਸਾਂ ਨੇ ਲਾਲ ਵੇਚਿਆ ਹੀ ਨਹੀਂ, ਭਾਈ ਮਰਦਾਨਾ, ਤੂੰ ਸਿਆਣਾ ਹੈ, ਲਾਲ ਤਾਂ ਸਾਡੇ ਕੋਲ ਹੀ ਆ, ਤਾਂ ਫਿਰ ਅਸੀਂ 100 ਰੁਪਈਆ ਕਿਵੇਂ ਰੱਖ ਸਕਦੇ ਹਾਂ? ਦਰਸ਼ਨ ਭੇਟਾ ਆਪਾਂ ਕੀ ਕਰਨੀ ਆ? ਆਪਾਂ ਤਾਂ ਵੇਚ ਕੇ ਮੁੱਲ ਵੱਟਣਾ ਹੈ। ਤੂੰ ਇਹਨੂੰ ਇਉਂ ਕਰ, 100 ਰੁਪਈਆ ਆਪਣਾ ਨਹੀਂ ਹੈ, ਇਹਨੂੰ ਵਾਪਸ ਮੋੜਿਆ। ਭਾਈ ਮਰਦਾਨਾ ਜੀ ਫਿਰ ਵਾਪਸ ਕਰਨ ਗਿਆ ਤਾਂ ਉਸ ਜੌਹਰੀ ਨੇ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਭਾਈ ਮਰਦਾਨਾ ਜੀ ਫਿਰ ਗੁਰੂ ਜੀ ਪਾਸ ਆ ਗਿਆ ਅਤੇ ਇਉਂ ਉਹਨੂੰ ਵਿਚਾਰੇ ਨੂੰ ਲੱਗੀ ਸੀ ਭੁੱਖ, ਅਤੇ ਵਿੱਚ ਵਿਚਾਲੇ ਭਾਈ ਮਰਦਾਨਾ ਜੀ ਨੂੰ ਖਫੇ ਕਰ ਦਿੱਤਾ। ਮਹਾਰਾਜ ਦਾ ਸੁਭਾਅ ਸੀਗਾ ਭਾਈ ਸਾਹਿਬ ਦੇ ਰਾਹੀਂ ਜਗਤ ਨੂੰ ਧਾਰਦੇ। ਤਕਰੀਬਨ 7 ਵਾਰ ਭਾਈ ਮਰਦਾਨਾ ਜੀ ਨੂੰ ਫੇਰਾ ਪਵਾਇਆ ਗੁਰੂ ਜੀ ਨੇ। ਤਦੋਂ ਮਰਦਾਨਾ ਜੀ ਨੇ ਆਖ ਜੋ ਪੈਸੇ ਸਾਲਸਰਾਏ ਜੌਹਰੀ ਦੇ ਘਰ ਸੁੱਟ ਹੀ ਦਿੱਤੇ। ਕਹਿਣ ਲੱਗਾ ਕਿ ਆਪ ਗੁਰੂ ਜੀ ਪਾਸ ਦੇ ਆਓ, ਜਿਹੜਾ ਇਹ ਲਾਲ ਦਾ ਮਾਲਕ ਹੈ ਉਹਨੇ ਮੈਨੂੰ ਭੇਜਿਆ, ਮੈਂ ਤਾਂ ਨਹੀਂ ਪੈਸੇ ਲੈਣੇ। ਅਤੇ ਉਹ ਕਹਿ ਕੇ ਵਾਪਸ ਭੱਜ ਆਇਆ ਗੁਰੂ ਜੀ ਦੇ ਕੋਲ। ਤਦੋਂ ਉਸ ਜੌਹਰੀ ਨੇ ਆਪਣੇ ਅਧਰਕਾ ਨਾਮੀ ਸੇਵਕ ਨੂੰ ਭੇਜਿਆ ਕਿ ਇਹੋ ਜਿਹੇ ਸੰਤ ਤਾਂ ਦੁਰਲੱਭ ਨੇ, ਲੋਕ ਤਾਂ ਹੱਥਾਂ 'ਤੇ ਹੱਥ ਮਾਰ ਕੇ ਖੋਹਦੇ ਨੇ, ਜੇਬਾਂ ਕੁਤਰਦੇ ਨੇ,
ਠੱਗੀਆਂ ਠੋਰੀਆਂ 100 ਫਰੇਬ ਕਰਦੇ ਨੇ ਕਿ ਪੈਸਾ ਸਾਡੇ ਹੱਥ ਵਿੱਚ ਆ ਜਾਏ। ਇਹੋ ਜਿਹੇ ਮਹਾਤਮਾ ਦੇ ਦਰਸ਼ਨ ਕਰਨੇ ਚਾਹੀਦੇ ਨੇ। ਮੈਂ ਪ੍ਰਸ਼ਾਦਾ ਤਿਆਰ ਕਰਕੇ ਜਾਂ ਕੁਝ ਭੇਟਾ ਲੈ ਕੇ ਆਉਂਦਾ ਤੇ ਤੂੰ ਕਿਤੇ ਸੰਤ ਉੱਠ ਨਾ ਜਾਣ, ਉਹਨਾਂ ਨੂੰ ਜਾ ਕੇ ਰੋਕੀ। ਜਦੋਂ ਉਹ ਧਰਕੇ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹਨੇ ਹਾਲ ਹੋ ਗਿਆ। ਉਹ ਗੁਰਮੁਖ ਸੀਗਾ। ਮਹਾਰਾਜ ਨੇ ਜਾਂਦਿਆਂ ਸਾਰੀ ਉਹਨੂੰ ਬ੍ਰਹਮ ਗਿਆਨ ਬਖਸ਼ ਦਿੱਤਾ। ਫਿਰ ਭੋਜਨ ਦਾ ਥਾਲ ਲੈ ਕੇ ਸਾਲਸਰਾਏ ਨੇ ਆ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ। ਕੁਝ ਹੋਰ ਭੇਟਾਂ ਰੁਪਈਆਂ ਹੋਣਗੀਆਂ। ਤਦੋਂ ਮਹਾਰਾਜ ਸਾਹਿਬ ਨੇ ਉਸ ਨੂੰ ਬਿਮਲ ਮਝਾਰ ਬਸਸ ਨਿਰਮਲ ਜਲ, ਇਸੇ ਹੀ ਰਾਗ ਦਾ ਜਿੱਥੋਂ ਰਾਗ ਪ੍ਰਾਰੰਭ ਹੋਇਆ ਮਾਰੂ ਮਹੱਲਾ ਪਹਿਲਾ ਸ਼ਬਦ ਉਚਾਰ ਕੇ ਉਪਦੇਸ਼ ਬਖਸ਼ਿਆ। ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ। ਪਦਮਨ ਜਾਵਲ ਜਲ ਰਾ ਸੰਗਤ ਸੰਗ ਦੋਖ ਨਹੀਂ ਰੇ। ਦਾਦਰ ਤੂੰ ਕਵੇ ਨਾ ਜਾਣ ਸਰੇ। ਫਿਰ ਉਹਨੇ ਹੋਰ ਉਪਦੇਸ਼ ਦੀ ਯਾਚਨਾ ਕੀਤੀ। ਤਦੋਂ ਗੁਰੂ ਜੀ ਨੇ ਮਰਦਾਨਾ ਜੀ ਨੂੰ ਸੰਬੋਧਨ ਕਰਦੇ ਹੋਏ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਪਿਆਰ ਨਾਲ ਸੁਣੋ ਜੀ। ਵੈਣ ਗਾਹਕ ਗੁਣ ਵੇਚੀਆ। ਹੇ ਭਾਈ ਮਰਦਾਨਾ ਜੀ, ਜੇਕਰ ਕਿਸੇ ਖਰੀਦਦਾਰ ਤੋਂ ਬਿਨਾਂ ਕੋਈ ਗੁਣ ਭਾਵ ਕੀਮਤੀ ਪਦਾਰਥ ਵੇਚਣਾ ਕਰੀਏ ਤੋ ਗੁਣ ਸਗੋ ਜਾਏ। ਤਦੋਂ ਗੁਣ ਭਾਵ ਕੀਮਤੀ ਵਸਤੂ ਸਸਤੀ ਹੀ ਚਲੀ ਜਾਂਦੀ ਹੈ। ਗੁਣ ਕਾ ਗਾਹਕ ਜੇ ਮਿਲੈ। ਜੇਕਰ ਕੋਈ ਗੁਣ ਭਾਵ ਕੀਮਤੀ ਪਦਾਰਥ ਦਾ ਚੰਗਾ ਖਰੀਦਦਾਰ ਮਿਲ ਪਵੇ ਤੋ ਗੁਣ ਲੱਖ ਵਿਕਾਏ। ਤਾਂ ਗੁਣ ਭਾਵ ਕੀਮਤੀ ਪਦਾਰਥ ਲੱਖਾਂ ਰੁਪਈਆਂ ਦਾ ਵਿਕ ਜਾਂਦਾ ਹੈ। ਇਸੇ ਪ੍ਰਕਾਰ ਵੈਣ ਗਾਹਕ ਗੁਣ ਵੇਚੀਆ। ਜੇਕਰ ਅਧਿਕਾਰੀ ਰੂਪ ਖਰੀਦਦਾਰ ਤੋਂ ਬਿਨਾਂ ਨਾਮ ਬ੍ਰਹਮ ਗਿਆਨ ਰੂਪ ਗੁਣ ਵੇਚਣਾ ਕਰੀਏ ਤੋ ਗੁਣ ਸਹਿਗੋ ਜਾਏ। ਤਾਂ ਉਹ ਗੁਣ ਸਸਤਾ ਭਾਵੇਂ ਕਦਰਾ ਹੀ ਚਲਿਆ ਜਾਂਦਾ ਹੈ। ਗੁਣ ਕਾ ਗਾਹਕ ਜੇ ਮਿਲੈ। ਜੇਕਰ ਕੋਈ ਤਨ ਮਨ ਧਨ ਅਰਪਣ ਵਾਲਾ ਪੂਰਨ ਅਧਿਕਾਰੀ ਰੂਪ ਨਾਮ ਬ੍ਰਹਮ ਗਿਆਨ ਰੂਪ ਗੁਣ ਦਾ ਖਰੀਦਦਾਰ ਮਿਲ ਜਾਵੇ ਤੋ ਗੁਣ ਲੱਖ ਵਿਕਾਏ। ਤਾਂ ਇਹ ਗੁਣ ਲੱਖਾਂ ਦਾ ਵਿਕ ਜਾਂਦਾ ਹੈ। ਭਾਵ ਇਸ ਗੁਣ ਕਰਕੇ ਲਕਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਗੁਣ ਤੇ ਗੁਣ ਮਿਲ ਪਾਈਆ। ਜੇਕਰ ਕੋਈ ਜੇ ਸਤਿਗੁਰ ਮਾਹੇ ਸਮਾਏ। ਜੇ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਕੋਈ ਸਮਾਉਣਾ ਕਰੇ ਭਾਵ ਸਤਿਗੁਰਾਂ ਉੱਪਰ ਪੂਰਨ ਸ਼ਰਧਾ ਧਾਰਨ ਕਰੇ ਤਾਂ ਉਹ ਮਨੁੱਖ ਸ਼ੁਭ ਗੁਣਾਂ ਨਾਲ ਮਿਲ ਕਰਕੇ ਅਪਰੋ ਗਿਆਨ ਰੂਪ ਗੁਣ ਪਾ ਲੈਂਦਾ ਹੈ। ਮੋਲ ਅਮੋਲ ਨ ਪਾਈਆ। ਪਰਮੇਸ਼ਰ ਦਾ ਨਾਮ ਬ੍ਰਹਮ ਗਿਆਨ ਰੂਪ ਅਮੋਲਕ ਪਦਾਰਥ ਕਿਸੇ ਸਾਧਨ ਆਦਿਕ ਦੇ ਮੁੱਲ ਕਰਕੇ ਨਹੀਂ ਪਾਈਦਾ। ਵਣ ਜਨ ਲੀਜਾ ਹਾਟ। ਅਤੇ ਗੁਰਾਂ ਤੋਂ ਬਿਨਾਂ ਕਿਸੇ ਹੱਟੀ ਤੋਂ ਵੀ ਖਰੀਦ ਕੇ ਲਿਆ ਨਹੀਂ ਜਾਂਦਾ। ਨਾਨਕ ਪੂਰਾ ਤੋਲ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਇਸ ਨਾਮ ਬ੍ਰਹਮ ਗਿਆਨ ਦਾ ਸਦਾ ਹੀ ਪੂਰਾ ਭਾਰ ਹੈ। ਜਾਂ ਤੋਲ ਨਾਮ ਹੈ ਵਿਚਾਰ ਦਾ। ਨਾਮ ਗਿਆਨ ਦੁਆਰਾ ਸਰੂਪ ਦੀ ਪ੍ਰਾਪਤੀ ਦਾ ਵਿਚਾਰ ਸਦਾ ਪੂਰਾ ਹੈ। ਕਬਹੁ ਨਾ ਹੋਵੈ ਘਾਟ। ਜਿਸ ਦਾ ਕਦੇ ਵੀ ਘਾਟਾ ਨਹੀਂ ਹੁੰਦਾ ਹੈ। ਇਸੇ ਪ੍ਰਕਾਰ ਨਾਨਕ ਪੂਰਾ ਤੋਲ ਹੈ। ਜੋ ਜੀਵ ਦੇ ਖਾਟ ਵਿਕਾਰਾਂ ਤੇ ਈਸ਼ਰ ਦੇ ਖਾਟ ਗੁਣਾਂ ਦਾ ਤਿਆਗ ਕਰਕੇ ਲੱਖਰ ਦੀ ਏਕਤਾ ਦੁਆਰਾ ਆਤਮ ਸਰੂਪ ਦਾ ਪੂਰਨ ਵਿਚਾਰ ਪ੍ਰਾਪਤ ਕਰਦਾ ਹੈ।
ਕਬਹੁ ਨਾ ਹੋਵੈ ਘਾਟ। ਉਸ ਦਾ ਕਦਾਚਿਤ ਵੀ ਮਾਤਾ ਦੇ ਗਰਭ ਜੂਨਾ ਰੂਪ ਘਾਟਾਂ ਵਿੱਚ ਜਾਣਾ ਨਹੀਂ ਹੁੰਦਾ। ਮਹੱਲਾ ਚੌਥਾ। ਸਿੱਖਾਂ ਨੇ ਸਤਿਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਜੀਵ ਕਿੰਜ ਘਾਟੇ ਵਿੱਚ ਜਾਂਦਾ ਹੈ। ਤਾਂ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਨੇ ਇਹ ਪ੍ਰਕਰਨ ਦੇ ਨਾਲ ਮਿਲਦਾ ਹੋਣ ਕਰਕੇ ਇਹ ਜਿਹੜਾ ਪਾਵਨ ਉਪਦੇਸ਼ ਹੈ ਚੌਥੇ ਪਾਤਸ਼ਾਹ ਦਾ, ਇਸ ਵਾਰ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਨਾਲ ਹੀ ਲਿਖ ਦਿੱਤਾ। ਕਬਹੁ ਨਾ ਹੋਵੇ ਘਾਟ ਵਾਲਾ ਪ੍ਰਕਰਨ ਹੀ ਅੱਗੇ ਚੱਲ ਰਿਹਾ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਪਸ਼ਟ ਕਰਦੇ ਨੇ, ਨਾਮ ਵਿਹੂਣੇ ਭਰਮ ਸਹੈ। ਹੇ ਭਾਈ, ਪਰਮੇਸ਼ਰ ਦੇ ਨਾਮ ਤੋਂ ਖਾਲੀ ਮਨੁੱਖ ਭਰਮ ਦੇ ਰਹਿੰਦੇ ਹਨ। ਆਵਹ ਜਾਵਹ ਨੀਤਾ। ਅਤੇ ਨਿਤਾ ਪ੍ਰਤੀ ਜੰਮ ਕੇ ਆਉਂਦੇ ਮਰ ਕੇ ਜਾਂਦੇ ਰਹਿੰਦੇ ਹਨ ਹਮੇਸ਼ਾ। ਸੋ ਜੂਨਾਂ ਦੇ ਚੱਕਰ ਵਿੱਚ ਪਏ ਰਹਿੰਦੇ ਨੇ, ਕਰਮਾਂ ਦਾ ਹਿਸਾਬ ਕਿਤਾਬ ਦੇਣ ਲਈ ਕਦੀ ਸੰਸਾਰ ਵਿੱਚ ਆਉਂਦੇ ਨੇ, ਕਦੀ ਸਵਰਗਾਂ ਨਰਕਾਂ ਵਿੱਚ ਪਰਲੋਕ ਵਿੱਚ ਚਲੇ ਜਾਂਦੇ ਹਨ। ਅੱਗੇ ਹੁਣ ਦ੍ਰਿਸ਼ਟਾਂਤ ਦਿੰਦੇ ਨੇ, ਜਿਵੇਂ ਮੌਲੀ ਜਿਹਨੂੰ ਇੱਧਰਲੇ ਇਲਾਕੇ 'ਚ ਖੰਮਣੀ ਕਹਿੰਦੇ, ਖੰਮਣੀ ਅਸੀਂ ਮੌਲੀ ਕਹਿੰਦੇ ਆ, ਉਹ ਲਾਲ ਜਿਹੇ ਰੰਗ ਦੀ ਹੁੰਦੀ। ਸੋ ਉਹ ਧਾਗਾ ਜਿਹਾ ਜਿਹਨੂੰ ਸ਼ਗਨਾਂ ਦਾ ਧਾਗਾ ਕਹਿੰਦੇ ਨੇ, ਮੌਲੀ ਨੂੰ ਜਿਸ ਜਗ੍ਹਾ ਤੋਂ ਘੁੱਟ ਕੇ ਬੰਨ੍ਹਦੇ ਆ ਉੱਥੇ ਰੰਗ ਨਹੀਂ ਚੜ੍ਹਦਾ। ਜਿੱਥੋਂ ਢਿੱਲੀ ਜੀ ਬੰਨੀ ਦੀ ਆ ਉੱਥੇ ਡੱਬ ਖੜਪੀ ਜੀ ਹੋ ਜਾਂਦੀ ਆ, ਤੇ ਜਿਸ ਜਗ੍ਹਾ ਤੋਂ ਨਹੀਂ ਬੰਨੀ ਦੀ ਉੱਥੇ ਪੂਰਾ ਰੰਗ ਚੜ੍ਹ ਜਾਂਦਾ। ਇਸੇ ਪ੍ਰਕਾਰ ਨਾਮ ਵਿਹੂਣੇ ਭਰਮ ਸਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਤੋਂ ਖਾਲੀ ਮਨੁੱਖ ਭਰਮ ਦੇ ਰਹਿੰਦੇ ਨੇ। ਆਵੈ ਜਾਵਹ ਨੀਤਾ। ਅਤੇ ਨਿਤਾ ਪ੍ਰਤੀ ਆਉਂਦੇ ਜਾਂਦੇ ਰਹਿੰਦੇ ਹਨ, ਜੂਨਾਂ ਦੇ ਵਿੱਚ ਭਟਕਦੇ ਨੇ। ਏਕਾ ਬੰਧੇ ਏਕਾ ਢਿਲਿਆ। ਜਿਵੇਂ ਮੌਲੀ ਬੰਨਣ ਦਾ ਦ੍ਰਿਸ਼ਟਾਂਤ ਦਿੰਦੇ ਨੇ ਕਿ ਕਈ ਅਗਿਆਨੀ ਪੁਰਖ ਵਿਕਾਰਾਂ ਮਾਇਆ ਦੇ ਮੋਹ 'ਚ ਪੱਕੀ ਤਰ੍ਹਾਂ ਬੱਝੇ ਹੋਏ ਹਨ। ਉਹਨਾਂ ਨੂੰ ਤਾਂ ਉੱਕਾ ਹੀ ਨਾਮ ਦਾ ਰੰਗ ਨਹੀਂ ਚੜ੍ਹਦਾ। ਕਈ ਜਗਿਆਸੂ ਪੁਰਖ ਆਲਸੀ ਰਹਿੰਦੇ ਨੇ, ਉਹਨਾਂ ਨੂੰ ਨਾਮ ਦਾ ਥੋੜਾ ਜਿਹਾ ਰੰਗ ਚੜ੍ਹਦਾ ਹੈ। ਏਕਾ ਸੁਖੀਏ ਹਰਿ ਪ੍ਰੀਤਾ। ਅਤੇ ਇੱਕ ਮਹਾਤਮਾ ਜਨ ਹਰੀ ਪ੍ਰਭੂ ਨਾਲ ਪ੍ਰੀਤੀ ਕਰਕੇ ਸੁਖੀ ਹਨ। ਉਹਨਾਂ ਨੂੰ ਭਗਤੀ ਗਿਆਨ ਦਾ ਗੂੜਾ ਚੂਚੂਆ ਰੰਗ ਚੜਿਆ ਹੈ। ਗੁਰਮੁਖ ਲਾਲੋ ਲਾਲ ਹੈ, ਜਿਉ ਰੰਗ ਮਜੀਠ ਸ ਚੜਾਓ। ਸੋ ਕਾਇਆ ਰੰਗਣ ਜੇ ਥੀਆ ਪਿਆਰੇ, ਪਾਈਆ ਨੌ ਮਜੀਠ। ਰੰਗਣ ਵਾਲਾ ਜੀ ਰੰਗੈ ਸਾਹਿਬ, ਐਸਾ ਰੰਗ ਨ ਡੀਠ। ਜਿਨਗੇ ਚੋਲੇ ਰਤੜੇ ਪਿਆਰੇ, ਕੰਧ ਨੰਗੇ ਪਾਸ। ਧੂੜ ਤਨੰਗੀ ਜੇ ਮਲ ਜੀ ਕਹੋ, ਨਾਨਕੀ ਅਰਦਾਸ। ਨਾਨਕ ਸੱਚਾ ਮਨ ਲੈ। ਸਤਿਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਕਿ ਹੇ ਭਾਈ, ਸੱਚੇ ਨਾਮ ਨੂੰ ਮੰਨ ਲੈ। ਸੱਚ ਕਰਨੀ ਸੱਚ ਰੀਤਾ। ਜੋ ਸੱਚੇ ਨਾਮ ਦੀ ਕਮਾਈ ਕਰਨੀ ਹੈ, ਇਹੀ ਸੱਚੀ ਰੀਤੀ ਸੱਚੀ ਮਰਿਆਦਾ ਹੈ। ਪੌੜੀ। ਇਹ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਵਾਰ ਦਾ ਮਤਲਬ ਜੋ ਸਲੇਖ ਆਇਆ ਮਾਰੂ ਵਾਰ ਮਹੱਲਾ ਤੀਜਾ। ਇਹ ਸਾਰੀਆਂ ਪੌੜੀਆਂ ਸਵਾਰ 'ਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਹੀ ਹੋਣਗੀਆਂ। ਸ਼ਲੋਕ ਮਹੱਲੇ ਸਾਂਝੇ ਹਨ। ਪਹਿਲਾਂ ਪਹਿਲੇ ਪਾਤਸ਼ਾਹ ਦਾ ਸ਼ਲੋਕ ਆਪਨੇ ਸੁਣਿਆ, ਫਿਰ ਮਹੱਲਾ ਚੌਥੇ ਪਾਤਸ਼ਾਹ ਦਾ, ਹੁਣ ਪੌੜੀ ਤੀਸਰੇ ਪਾਤਸ਼ਾਹ ਜੀ ਦੀ ਹੈ। ਪਹਿਲਾਂ ਸ਼ਲੋਕਾਂ ਦੇ ਮਹੱਲਿਆਂ ਤੋਂ ਬਗੈਰ ਹੀ ਵਾਰਾਂ ਰਚੀਆਂ ਜਾਂਦੀਆਂ ਸਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਨੇ ਨਿਯਮ ਬਣਾਇਆ ਹੈ
ਕਿ ਪੌੜੀ ਦੇ ਨਾਲ ਮਿਲਦੇ ਜੁਲਦੇ ਸ਼ਲੋਕ ਦੇ ਮਹੱਲੇ ਲਿਖੇ ਨੇ, ਜਿਵੇਂ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ। ਆਸਾ ਦੀ ਵਾਰ ਵਿੱਚ ਹੈ ਗੁਰ ਤੇ ਗਿਆਨ ਪਾਇਆ। ਆਸਾ ਨੇ ਜੋ ਬ੍ਰਹਮ ਗਿਆਨ ਰੂਪ ਇਹ ਪਦਾਰਥ ਹੈ ਸਤਿਗੁਰਾਂ ਤੋਂ ਪਾਇਆ ਹੈ। ਪੂੜੀਆਂ ਛੋਲੇ ਜਲੇਬੀਆਂ ਕੜਾ ਤਾਂ ਬਾਜ਼ਾਰ ਵਿੱਚ ਵੀ ਬਥੇਰਾ ਹੈ। ਪੈਸੇ ਖਰਚੋ, ਵਧੀਆ ਤੋਂ ਵਧੀਆ ਵਿਅੰਜਨ ਪਦਾਰਥ ਤੁਸੀਂ ਛਕ ਸਕਦੇ ਹੋ। ਗੁਰਦੁਆਰੇ ਦਾ ਫਾਇਦਾ ਇਹ ਹੈ ਵੀ ਇੱਥੇ ਤੋਂ ਬਗੈਰ ਤੁਹਾਨੂੰ ਕਿਸੇ ਕਥਾ ਕੀਰਤਨ ਨਹੀਂ ਸੁਣਾਉਣਾ। ਜੋ ਨਾਮ ਹੈ, ਗਿਆਨ ਹੈ, ਇਥੋਂ ਹੀ ਪ੍ਰਾਪਤ ਹੁੰਦਾ ਹੈ। ਅਤ ਖੜਗ ਕਰਾਰਾ, ਜੋ ਕਿ ਅਤਿਅੰਤ ਹੀ ਤਿੱਖਾ ਤੇਜ ਖੰਡੇ ਦੀ ਤਰ੍ਹਾਂ ਇਹ ਗਿਆਨ ਜਿਹੜਾ ਹੈ ਬੜਾ ਪ੍ਰਚੰਡ ਪੌਣਾ ਕੀਤਾ। ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ। ਰਤਨ ਪਦਾਰਥ ਲਾਦਾ, ਹਰ ਰਤਨ ਪਦਾਰਥ ਲਾਦਾ। ਦੂਜਾ ਭਰਮ ਗੜ ਕੱਟਿਆ। ਇਸ ਦੇ ਨਾਲ ਜੋ ਦ્વੈਤ ਦਾ ਭਰਮ ਰੂਪ ਗੜ ਕਿਲਾ ਸੀ ਉਹ ਕੱਟਿਆ ਗਿਆ, ਭਾਵ ਸਰ ਹੋ ਗਿਆ। ਮੋਹ ਲੋਭ ਅਹੰਕਾਰਾ, ਗਿਆਨ ਨੂੰ ਮਹਾਰਾਜ ਨੇ ਇੱਥੇ ਖੰਡਾ ਲਿਖਿਆ ਹੈ। ਜਿਸ ਤਰ੍ਹਾਂ ਖੰਡੇ ਦੇ ਨਾਲ ਦੁਸ਼ਮਣ ਕੱਟ ਕੇ ਸਰ ਕਰੀਦਾ ਹੈ, ਇਸ ਤਰ੍ਹਾਂ ਜਿਸ ਗਿਆਨ ਰੂਪ ਖੰਡੇ ਨਾਲ ਅਸਾਂ ਨੇ ਦ્વੈਤ ਦਾ ਕਿਲਾ ਤੇ ਭਰਮ ਦਾ ਕਿਲਾ ਇਹ ਕੱਟ ਦਿੱਤਾ ਹੈ। ਇਸੇ ਪ੍ਰਕਾਰ ਦੂਜਾ ਭਰਮ ਗੜ ਕੱਟਿਆ। ਦ્વੈਤ ਤੇ ਭਰਮ ਦਾ ਕਿਲਾ ਉਹ ਕਿਹੜਾ ਸੀ? ਅਗਿਆਨ। ਅਗਿਆਨ ਵੀ ਕੱਟ ਦਿੱਤਾ ਹੈ। ਮੋਹ ਲੋਭ ਅਹੰਕਾਰਾ, ਅਤੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਰੂਪ ਸੂਰਮਿਆਂ ਨੂੰ ਵੀ ਕੱਟ ਸੁੱਟਿਆ ਹੈ। ਹਰ ਕਾ ਨਾਮ ਮਨ ਵਸਿਆ। ਸੋ ਹਰੀ ਦਾ ਨਾਮ ਜਦੋਂ ਦਾ ਮਨ ਵਿੱਚ ਵਸਿਆ ਹੈ। ਗੁਰ ਸ਼ਬਦ ਵਿਚਾਰਾ, ਉਸ ਦਿਨ ਦਾ ਗੁਰੂ ਦੇ ਸ਼ਬਦ ਦੀ ਵਿਚਾਰ 'ਚ ਬੜਾ ਚਿੱਤ ਜੁੜਦਾ ਹੈ। ਇਹੀ ਕਥਾ ਹੈ ਜੋ ਕਲਗੀਧਰ ਜੀ ਨੇ ਕੀਤੀ ਤੇ 48 ਸਿੰਘਾਂ ਨੇ ਸੁਣ ਕੇ ਬ੍ਰਹਮ ਗਿਆਨ ਪਾ ਲਿਆ। ਇਹੀ ਕਥਾ ਹੈ ਕਿ ਆਪਾਂ ਕਰਦੇ ਹਾਂ। ਗੱਲ ਤਾਂ ਮਨ ਦੀ ਇਕਾਗਰਤਾ ਦੀ ਹੈ। ਜੇ ਨਾਮ ਮਨ ਵਿੱਚ ਵਸਿਆ ਹੋਵੇ, ਤੁਸੀਂ 2 ਘੰਟੇ ਦੀ ਰੌਲ ਲਾਉਣੀ ਹੈ, ਘੰਟਾ ਕਿ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰੋ, ਜਾਂ 5 ਬਾਣੀਆਂ ਦਾ ਪਾਠ ਕਰਨਾ ਹੈ। ਆਪਾਂ ਕਹਿੰਦੇ ਮਨ ਨਹੀਂ ਟਿਕਦਾ। ਉਹ ਭੱਜੋ ਭਜਾਈਏ 'ਚ ਤਾਂ ਕੰਮਾਂ ਕਾਰਾਂ 'ਚ ਮਨ ਰੁੱਝਿਆ ਹੋਇਆ ਹੈ। ਅੱਧੇ ਘੰਟੇ 'ਚ ਨਿਤਨੇਮ ਹੋ ਜਾਂਦਾ, ਅੱਧੇ ਘੰਟੇ 'ਚ ਕਿੱਥੇ ਮਨ ਟਿਕੂਗਾ। ਥੋੜ੍ਹਾ ਬਹੁਤਾ ਚੌਂਕੜਾ ਮਾਰ ਕੇ ਜੇ ਵਾਹਿਗੁਰੂ ਵਾਹਿਗੁਰੂ ਕਰਕੇ ਫਿਰ ਬਾਣੀ ਦਾ ਪਾਠ ਕਰਾਂਗੇ ਤਾਂ ਫਿਰ ਤੁਸੀਂ ਮਨ ਦੀ ਇਕਾਗਰਤਾ ਵੇਖ ਲਿਓ ਆਪਣੇ ਆਪ ਹੀ। ਵੈਸੇ ਮਹਾਤਮਾ ਦਾ ਹੀ ਮਤ ਹੈ ਕਿ ਸਿਮਰਨ ਦੇ ਵਿੱਚ ਚਿੱਤ ਤਾਂ ਜੁੜਦਾ ਹੈ ਜੇ ਬਾਣੀ ਪੜ੍ਹੋ। ਬਹੁਤੀ ਬਾਣੀ ਪੜ੍ਹਨ ਤੋਂ ਮਨ ਇਕਾਗਰ ਹੋ ਜਾਂਦਾ, ਫਿਰ ਚਿੱਤ ਸਿਮਰਨ 'ਚ ਜੁੜਦਾ। ਤੇ ਜੇ ਚਿੱਤ ਵਿੱਚ ਨਾਮ ਵਸ ਜਾਏ ਤਾਂ ਬਾਣੀ ਦਾ ਆਨੰਦ ਆਉਂਦਾ ਹੈ। ਉਹ ਬਾਣੀ ਦਾ ਆਨੰਦ ਨਹੀਂ ਆਉਂਦਾ ਕਿਉਂਕਿ ਮਨ ਜੋ ਨਹੀਂ ਟਿਕਿਆ। ਇਹ ਆਪਸ ਦੇ ਵਿੱਚ ਸਾਂਝਾ ਹੈ ਸਾਰਾ ਕੁਛ। ਨਾਮ ਹਿਰਦੇ ਵਿੱਚ ਵਸਿਆ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਹੈ, ਅਰਥ ਸਪੁਰਨ ਹੁੰਦੇ ਨੇ। ਉਸ ਤਰ੍ਹਾਂ ਪੜ੍ਹ ਕੇ ਵੀ ਚੇਤਾ ਭੁੱਲ ਜਾਂਦਾ ਜਾਂ ਸਮਝ ਨਹੀਂ ਆਉਂਦੀ ਹੈ। ਅਤੇ ਜੇ ਗੁਰ ਸ਼ਬਦ ਦੀ ਵਿਚਾਰ ਵਿੱਚ ਚਿੱਤ ਜੋੜ ਲਵਾਂਗੇ ਤਾਂ ਮਨ ਇਕਾਗਰ ਹੋ ਕੇ ਤੇ ਨਾਮ ਦਾ ਅਭਿਆਸ ਕਰੇਗਾ। ਇਸੇ ਪ੍ਰਕਾਰ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕੀਤੀ ਹੈ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਜੋ ਬਾਣੀ ਇਹ ਜੀ ਉਹ ਜਾਣੈ
ਤਿਸ ਅੰਤਰ ਰਵੈ ਹਰ ਨਾਮਾ। ਸਾਚਾ ਸੰਜਮ ਮਤ ਉਤਮ। ਸੱਚ ਬੋਲਣ ਦਾ ਸੰਜਮ ਕਰੇ। ਇਹ ਨਹੀਂ ਵੀ ਜੁੱਤੀ ਪਾਉਣੀ ਦਾ ਸੰਜਮ, ਕੇਲੇ ਛੱਲੀ ਨਹੀਂ ਖਾਣੀ, ਹੋਰ ਸੰਜਮ ਦਾ ਕੋਈ ਫਾਇਦਾ ਨਹੀਂ। ਝੂਠ ਦਾ ਤਿਆਗ ਕਰੇ, ਸੱਚ ਬੋਲਣ ਦਾ ਸੰਜਮ ਰੱਖੇ। ਜਾਂ ਸੰਜਮ ਇੰਦਰੀਆਂ ਦਾ ਦਮਨ ਕਰਨ ਦੇ ਨਾਲ ਤੇ ਸੱਚ ਬੋਲਣ ਰੂਪੀ ਸੰਜਮ ਨਾਲ, ਜਾਂ ਸੱਚਾ ਨਾਮ ਜਪਣ ਦੇ ਉਦਮ ਦੇ ਵਿੱਚ ਲੱਗਣ ਕਰਕੇ ਮਤ ਉਤਮਾ, ਜਿਹੜੀ ਮਤ ਹੈ, ਬੁੱਧ ਹੈ, ਇਹ ਉੱਤਮ ਭਾਵ ਆਤਮ ਸ਼ੈਣੀ ਹੋ ਜਾਂਦੀ ਹੈ। ਹਰ ਲੱਗਾ ਪਿਆਰਾ ਅਤੇ ਹਰੀ ਪਰਮੇਸ਼ਰ ਪਿਆਰਾ ਲੱਗਣ ਲੱਗ ਪੈਂਦਾ ਹੈ। ਸਭ ਸੱਚੋ ਸੱਚ ਵਰਤਦਾ। ਫਿਰ ਐਸਾ ਨਿਸ਼ਚਾ ਵੱਜਦਾ ਹੈ ਕਿ ਸਭ ਥਾਵਾਂ ਦੇ ਵਿੱਚ ਸੱਚਾ ਹੀ ਸੱਚਾ ਵਰਤ ਰਿਹਾ ਮਹਿਸੂਸ ਹੁੰਦਾ ਹੈ। ਸਾਚਾ ਸਿਰਜਣਹਾਰਾ। ਪਰ ਉਹੀ ਸੱਚਾ ਜਗਤ ਨੂੰ ਰਚਣ ਵਾਲਾ ਹੈ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਗਵਈਏ ਨੇ ਚੰਗੀਆਂ ਸਰਗਮਾਂ ਲਾ ਕੇ, ਤਾਨਾ ਲਾ ਕੇ, ਵਿੱਚ ਅਲਾਪ ਕਰ ਕਰਕੇ ਕੇਦਾਰਾ ਰਾਗ ਦਾ ਸਰੂਪ ਗਾਇਨ ਕੀਤਾ। ਤਦੋਂ ਗੁਰਸਿੱਖ ਸੰਗਤਾਂ ਨੇ ਕਿਹਾ ਕਿ ਇਹਨੇ ਕੇਦਾਰਾ ਰਾਗ ਬਹੁਤ ਹੀ ਚੰਗਾ ਗਾਇਆ ਹੈ ਜੀ। ਕਈਆਂ ਦਾ ਮਨ ਕਲਾਕਾਰੀ ਵਿੱਚ ਹੁੰਦਾ ਹੈ, ਮਤਲਬ ਆਪਾਂ ਪੇਸ਼ਕਾਰੀ ਕਰਕੇ ਤੇ ਸੰਗਤ ਨੂੰ ਪੁੱਛਦੇ ਹਾਂ ਕਿ ਸੰਗਤ ਜੀ ਵਧੀਆ ਕੀਤਾ ਹੈ, ਮਤਲਬ ਚੰਗਾ ਅਸੀਂ ਕੀਰਤਨ ਕੀਤਾ ਜਾਂ ਚੰਗਾ ਸ਼ਬਦ ਪੜ੍ਹਿਆ, ਚੰਗੀ ਵਿਚਾਰ ਹੋਈ। ਕਹਿਣ ਦਾ ਭਾਵ ਹੈ ਕਿ ਸਾਡਾ ਮਨ ਕਲਾਕਾਰੀ ਵਿੱਚ ਹੁੰਦਾ ਹੈ ਕਿ ਜਿਹੜਾ ਸੁਣਨ ਵਾਲਾ ਹੈ ਉਹ ਸਾਡੀ ਕਲਾਕਾਰੀ 'ਤੇ ਪ੍ਰਸੰਨ ਹੋਵੇ, ਸਾਨੂੰ ਕਹੇ ਹਾਂ ਹਾਂ ਬੱਲੇ ਬੱਲੇ, ਵਾਹ ਵਾਹ ਬਾਬਾ ਜੀ, ਤੁਹਾਡੇ ਨਾਲ ਦੀ ਤਾਂ ਰੀਸ ਹੀ ਕੋਈ ਨਹੀਂ। ਪਰ ਐਸਾ ਸੁਭਾਅ ਨਹੀਂ ਹੋਣਾ ਚਾਹੀਦਾ। ਕਿਸੇ ਕੋਲੋਂ ਆਪ ਦੀ ਸਿਫਤ ਸੁਣਨ ਵਾਸਤੇ ਆਪ ਹੀ ਪੁੱਛਣਾ ਨਹੀਂ ਚਾਹੀਦਾ। ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਕਥਾ ਦੀ ਸਮਾਪਤੀ ਤੋਂ ਬਾਅਦ ਕਿਸੇ ਪ੍ਰੇਮੀ ਨੇ ਆਖਿਆ, ਬਾਬਾ ਜੀ ਬੱਲੇ ਬੱਲੇ ਕਰਾਤੀ, ਬੜਾ ਆਨੰਦ ਆਇਆ ਜੀ, ਬੜਾ ਆਨੰਦ ਆਇਆ। ਮਹਾਂਪੁਰਖ ਕਹਿੰਦੇ, ਗੁਰਮੁਖ ਪਿਆਰਿਆ, ਤੈਨੂੰ ਭੁਲੇਖਾ ਹੈ, ਤੂੰ ਕੀ ਸਮਝਦਾ ਹੈ ਕਿ ਆਨੰਦ ਤੈਨੂੰ ਮੇਰੇ ਵਿੱਚੋਂ ਆਇਆ? ਬਿਲਕੁਲ ਨਹੀਂ, ਇਹ ਭੁਲੇਖਾ ਹੈ। ਜਿਹੜਾ ਆਨੰਦ ਹੈ ਉਹ ਕਿਸੇ ਪਾਸੋਂ ਨਹੀਂ ਆਉਂਦਾ ਹੈ, ਉਹ ਤੁਹਾਡੇ ਵਿੱਚੋਂ ਹੀ ਤੁਹਾਨੂੰ ਪ੍ਰਾਪਤ ਹੁੰਦਾ ਹੈ। ਕਿਉਂਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ, ਅੰਤਰ ਖੂਹ ਹਟਾ ਅੰਮ੍ਰਿਤ ਭਰਿਆ। ਇਹ ਨਹੀਂ ਵੀ ਖੂਹ ਸਾਡੇ ਕੋਲ ਹੈ ਤੇ ਪਿਆਲੇ ਭਰ ਭਰ ਕੇ ਤੁਹਾਡੇ ਵਿੱਚ ਪਾਈ ਜਾਓ, ਤੁਹਾਡੇ ਅੰਦਰ ਹੀ ਖੂਹ ਭਰਿਆ ਹੋਇਆ ਹੈ, ਨਾਮ ਦਾ, ਅੰਮ੍ਰਿਤ ਦਾ, ਬਾਣੀ ਦਾ। ਹਾਂ, ਇਹ ਗੱਲ ਸਹੀ ਹੈ, ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ, ਬਾਣੀ ਅੰਦਰ ਪ੍ਰਵੇਸ਼ ਕਰਦੀ ਹੈ। ਪਰ ਵੱਖਰਾ ਵੱਖਰਾ ਆਨੰਦ ਹੈ। ਜਿੰਨੀ ਕਿਸੇ ਦੀ ਵੱਧ ਇਕਾਗਰਤਾ ਹੈ ਉਹਨੂੰ ਜ਼ਿਆਦਾ ਆਨੰਦ ਮਿਲਦਾ ਹੈ, ਜਿਹਦੀ ਘੱਟ ਇਕਾਗਰਤਾ ਹੈ, ਕਈ ਮੇਰੇ ਵਰਗੇ ਸੁਣ ਕੇ ਹੁਕਮਨਾਮਾ ਨਹੀਂ ਦੱਸ ਪਾਉਣਗੇ ਵੀ ਹੁਕਮਨਾਮਾ ਕਿਹੜਾ ਆਇਆ। ਸੁਣਦਿਆਂ ਸਾਰੀ ਚੇਤਾ ਭੁੱਲ ਜਾਂਦਾ, ਕਿਉਂਕਿ ਸੁਣਿਆ ਹੀ ਨਹੀਂ, ਮਨ ਇਕਾਗਰ ਨਹੀਂ ਸੀਗਾ। ਕਈ ਵਾਰ ਬੋਲਦਿਆਂ ਵੀ ਮਨ ਭਟਕ ਜਾਂਦਾ ਹੈ, ਚੇਤਾ ਹੀ ਨਹੀਂ ਰਹਿੰਦਾ ਕਿ ਕੀ ਬੋਲਿਆ ਹੈ, ਕੀ ਬੋਲਣਾ ਹੈ। ਇਉਂ ਗੱਲ ਇਕਾਗਰਤਾ ਦੀ ਹੈ। ਆਨੰਦ ਦੂਜੇ ਪਾਸੋਂ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ 'ਚ ਤਾਂ ਫਰਕ ਕੋਈ ਨਹੀਂ। ਭਾਈ ਮਣੀ ਸਿੰਘ ਨੇ ਵੀ ਇਹਨਾਂ ਨੂੰ ਹੀ ਪੜ੍ਹਿਆ, ਮਤੀ ਦਾਸ ਨੇ ਵੀ ਇਹਨਾਂ ਨੂੰ ਵੀ ਪੜ੍ਹਿਆ, ਭਾਈ ਤਾਰੂ ਸਿੰਘ ਨੇ ਵੀ ਇਹਨਾਂ ਨੂੰ ਹੀ ਪੜ੍ਹਿਆ, ਤੇ ਪੜ੍ਹਦੇ ਆਪਾਂ ਵੀ ਹਾਂ। ਫਰਕ ਤਾਂ ਆਪਣੇ ਆਪ 'ਚ ਹੀ ਹੈ, ਬਾਣੀ ਦਾ ਉਹੀ ਹੈ। ਤੇ ਇਸ ਵਾਸਤੇ ਜਿਹੜਾ ਆਨੰਦ ਹੈ ਉਹ ਇਕਾਗਰਤਾ ਦੇ ਨਾਲ ਹੈ। ਤੇਰੀ ਇਕਾਗਰਤਾ ਬਣੀ ਹੈ।
ਹਾਂ ਇਹ ਗੱਲ ਜ਼ਰੂਰ ਹੈ ਕਿ ਜਦ ਕੋਈ ਪੂਰਨਮਾਂਹ ਕਮਾਈ ਵਾਲਾ ਕੋਈ ਬਚਨ ਕੰਨੀ ਪਾਉਂਦਾ ਹੈ, ਖਾਸ ਕਰਕੇ ਗੁਰਬਾਣੀ, ਤਾਂ ਮਨ ਆਪਣੇ ਆਪ ਇਕਾਗਰ ਹੋ ਜਾਂਦਾ ਹੈ। ਬਾਣੀ ਉਚਰੈ ਸਾਧ ਜਨ ਅੰਮ੍ਰਿਉ ਚੱਲੈ ਚਰਨ, ਤੋ ਇਕਾਗਰਤਾ ਦੇ ਵਿੱਚ ਹੀ ਆਨੰਦ ਹੈ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ। ਹਾਂਜੀ, ਪੰਕਤੀ ਕੇਦਾਰਾ ਰਾਗਾਂ ਵਿੱਚ ਜਾਣੀ ਪਾਈ। ਇਹ ਗੁਰਮੁਖੋ, ਸਾਡਾ ਜਿਹੜਾ ਮਨ ਹੈ ਉਹ ਪੇਸ਼ਕਾਰੀ ਕਲਾਕਾਰੀ ਵਿੱਚ ਨਹੀਂ ਹੋਣਾ ਚਾਹੀਦਾ ਕਿ ਜਦ ਆਪਾਂ ਪੇਸ਼ਕਾਰੀ ਕਰੀਏ ਤੇ ਸਾਨੂੰ ਦੁਨੀਆ ਕਲਾਕਾਰ ਸਮਝੇ, ਜਿਸ ਕਰਕੇ ਸਾਡੀ ਵਾਹ ਵਾਹ ਹੋਵੇ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜਦ ਵੀ ਕੋਈ ਰਾਗ ਦਾ ਗਾਇਨ ਕਰਨਾ ਹੈ, ਸ਼ਬਦ ਕੀਰਤਨ ਕਰਨਾ ਹੈ, ਜਾਂ ਕੋਈ ਬੁਲਾਰੇ ਦੇ ਰੂਪ ਦੇ ਵਿੱਚ ਸ਼ਬਦ ਦੀ ਵਿਚਾਰ ਪੇਸ਼ ਕਰਨੀ ਹੈ, ਕੋਈ ਵੀ ਪਰਫਾਰਮੈਂਸ ਸਪੀਚ ਦੀ ਜਾਂ ਬਾਣੀ ਦੇ ਪਾਠ ਦੀ, ਕਥਾ ਕੀਰਤਨ ਦੀ ਦੇਣੀ ਹੈ, ਤਾਂ ਸਾਡਾ ਚਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਣਾ ਚਾਹੀਦਾ ਕਿ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ ਔਰ ਆਪਾਂ ਇਹਨਾਂ ਨੂੰ ਸੁਣਾ ਰਹੇ ਹਾਂ, ਇਹਨਾਂ ਦੀ ਪ੍ਰਸੰਸਾ ਆਪਾਂ ਨੇ ਲੈਣੀ ਹੈ। ਸੋ ਧਿਆਨ ਗੁਰੂ ਜੀ ਦੇ ਚਰਨਾਂ ਵਿੱਚ ਹੋਣਾ ਚਾਹੀਦਾ ਹੈ। ਜੇ ਮਹਾਰਾਜ ਦੇ ਚਰਨਾਂ ਦਾ ਧਿਆਨ ਨਹੀਂ ਹੋਵੇਗਾ, ਪਿਆਰ ਨਹੀਂ ਹੋਵੇਗਾ, ਸ਼ਰਧਾ ਨਹੀਂ ਹੋਵੇਗੀ, ਤਾਂ ਕਲਾਕਾਰੀ ਵਿੱਚ ਉਹ ਰਸ ਜਾਂ ਆਨੰਦ ਨਹੀਂ ਵੱਜਦਾ ਹੈ। ਇਸ ਲਈ ਹੇ ਭਾਈ, ਰਾਗਾਂ ਦੇ ਵਿੱਚੋਂ ਕੇਦਾਰ ਰਾਗ ਗਾਵਿਆ ਹੋਇਆ ਤਾਂ ਹੀ ਸ੍ਰੇਸ਼ਟ ਜਾਣੀਏ। ਸ਼ਬਦੇ ਕਰੇ ਪਿਆਰ। ਜੇਕਰ ਗਾਉਣ ਵਾਲਾ ਖੁਦ ਆਪ ਗੁਰਾਂ ਦੇ ਉਪਦੇਸ਼ ਦੇ ਨਾਲ ਪ੍ਰੇਮ ਕਰੇ, ਜਾਂ ਹੇ ਭਾਈ ਜੋ ਗੁਰਾਂ ਦੇ ਉਪਦੇਸ਼ ਨਾਲ ਪਿਆਰ ਕਰਦਾ ਹੈ, ਰਾਗਾਂ ਪ੍ਰੇਮਾਂ ਦੇ ਵਿੱਚੋਂ ਦਾਰਾ ਇਸਤਰੀ ਦਾ ਪ੍ਰੇਮ ਕੀ ਜਾਣਦਾ ਹੈ? ਭਾਵ ਕਾਮ ਚੇਸ਼ਟਾ ਅਧੀਨ ਹੋ ਕੇ ਇਸਤਰੀਆਂ ਦੇ ਰੂਪ ਤੇ ਲੁਭਾਏਮਾਨ ਨਹੀਂ ਹੁੰਦਾ ਹੈ। ਸਤ ਸੰਗਤ ਸਿਉ ਮਿਲ ਦੂਰ ਹੈ। ਇਸ ਕਰਕੇ ਮਨੁੱਖ ਹਮੇਸ਼ਾ ਸਤ ਸੰਗਤ ਦੇ ਨਾਲ ਮਿਲਦਾ ਰਹੇ, ਸੱਚੇ ਧਰੇ ਪਿਆਰ, ਅਤੇ ਸੱਚੇ ਪਰਮੇਸ਼ਰ ਦੇ ਨਾਲ ਪ੍ਰੇਮ ਧਾਰਨ ਕਰੇ। ਵਿੱਚੋਂ ਮਲ ਕੱਟੇ ਆਪਣੀ। ਉਹ ਮਨੁੱਖ ਆਪਣੇ ਹਿਰਦੇ ਅੰਦਰੋਂ ਆਪਣੀ ਹੰਗਤਾ ਅਵਿਦਿਆ ਦੀ ਮੈਲ ਨੂੰ ਕੱਟਣਾ ਕਰੇ। ਕੁੱਲਾਂ ਕਾ ਕਰੇ ਉਧਾਰ। ਤਦੋਂ ਮਨੁੱਖ ਆਪਣੀਆਂ ਕੁਲਾਂ ਦਾ ਵੀ ਪਾਰ ਉਤਾਰਾ ਕਰ ਲੈਂਦਾ ਹੈ। ਇਹ ਜਿਹੜਾ ਕੇਦਾਰਾ ਰਾਗ ਸੀਗਾ, ਇਹ ਰਾਗੀ ਨੇ ਬਾਣੀ ਦੇ ਦੁਆਰਾ ਨਹੀਂ ਗਾਇਆ ਸੀਗਾ। ਉਹਨੇ ਕੀ ਪਤਾ ਕੀ ਪੜ੍ਹਿਆ ਹੋਊਗਾ, ਠੁਮਰੀਆਂ ਹੁੰਦੀਆਂ ਨੇ ਜਾਂ ਹੋਰ ਕੁਛ ਹੁੰਦਾ ਹੈ ਗਾਉਣ ਵਜਾਉਣ, ਜਾਂ ਵੈਸੇ ਹੀ ਉਹ ਤਾਨਾ ਲਾਉਂਦੇ ਹਨ, ਸਰਗਮਾਂ ਬੋਲਦੇ ਨੇ ਵਿੱਚ। ਜਿਹੜਾ ਗੁਰਬਾਣੀ ਦੇ ਵਿੱਚ ਮਿਲਾ ਕੇ ਰਾਗ ਨੂੰ ਗਾਉਣਾ ਹੈ, ਇਹਦੇ ਨਾਲ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਮਿਲਦੀ ਹੈ। ਸੋ ਸੰਗਤ ਦੇ ਵਿੱਚ ਬੈਠ ਕੇ ਜੋ ਸ਼ਬਦ ਕੀਰਤਨ ਕਰਨਾ ਹੈ, ਇਹਦੇ ਨਾਲ ਭਲਾ ਹੀ ਭਲਾ ਹੈ, ਲਾਭ ਹੀ ਲਾਭ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਹ ਮਰਜ਼ਾਦਾ ਹੈ ਕਿ ਮੰਨ ਲਓ ਮੈਂ ਹੀ ਪ੍ਰਬੰਧਾਂ ਦੇ ਕੋਲੋਂ ਸਮਾਂ ਮੰਗਿਆ ਕਿ ਮੈਨੂੰ ਸਮਾਂ ਦਿਓ ਜੀ ਕੀਰਤਨ ਕਰਨ ਦਾ। ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਣਾ ਵੀ ਤੂੰ ਰਾਗ ਕਿਹੜਾ ਗਾਏਗਾ, ਕਿਹੜਾ ਰਾਗ ਤੈਨੂੰ ਆਉਂਦਾ, ਤੈਨੂੰ ਉਸ ਤਰ੍ਹਾਂ ਦਾ ਸਮਾਂ ਦਈਏ, ਜਾਂ ਜੇ ਤੈਨੂੰ ਆਹ ਸਮਾਂ ਦਈਏ ਤੇ ਇਹ ਸਮੇਂ ਦਾ ਕਿਹੜਾ ਰਾਗ ਹੈ ਤੈਨੂੰ ਆਉਂਦਾ। ਕਿਉਂਕਿ ਕੀਰਤਨ ਆਰੰਭ ਕਰਦਿਆਂ ਹੀ ਰਾਗ ਵਿੱਚ ਕੀਰਤਨ ਕਰਨਾ ਹੁੰਦਾ, ਕਿਉਂਕਿ ਗੁਰਬਾਣੀ ਲਿਖੀ ਰਾਗਾਂ ਦੇ ਵਿੱਚ ਹੈ। ਤੇ ਜਦ ਰਾਗ ਵਿੱਚ ਕੀਰਤਨ ਕਰਨਾ, ਸਰਗਮਾਂ ਨਹੀਂ ਬੋਲਣੀਆਂ, ਤਾਨਾਂ ਨਹੀਂ ਲਾਉਣੀਆਂ, ਆਲਾਪ ਕਰ ਸਕਦੇ ਹਾਂ। ਸਾਜ਼ ਵੀ ਉਹ ਵਜਾਉਣਾ ਹੈ ਜਿਹੜਾ ਹੱਥ ਨਾ ਵਜੇ। ਮੂੰਹ ਵਾਲਾ ਸਾਜ਼ ਜਿਹੜੀ ਬੰਸਰੀ ਆਦਿਕ ਹੈ, ਇਹ ਮੂੰਹ ਵਾਲਾ ਸਾਜ਼ ਨਹੀਂ ਵਜਾਉਣਾ, ਕਿਉਂਕਿ ਮੁਖ ਦੇ ਨਾਲ ਗੁਰਬਾਣੀ ਦੀ ਪੰਕਤੀ ਪੜ੍ਹਨੀ ਹੈ। ਜੇ ਸਾਰੇ ਗਾਮਾ ਪਾ ਹੀ ਗਾਉਂਦੇ ਰਹੇ ਤੇ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਊਗਾ।
ਰਾਗ ਦੇ ਵਿੱਚ ਸਰਗਮ ਦੀ ਸੁਰ ਦੇ ਨਾਲ ਸੁਰ ਮਿਲਾ ਕੇ ਜੋ ਰਾਗ ਦਾ ਸਰੂਪ ਹੈ ਉਹ ਬਾਣੀ ਦੀ ਪੰਕਤੀ ਉਹਦੇ ਨਾਲ ਮਿਲਾ ਕੇ ਪੜ੍ਹਨੀ ਹੈ, ਅਲਾਪ ਕਰ ਸਕਦੇ ਹਾਂ। ਇਸ ਲਈ ਸੋ ਜਿਹੜਾ ਸਤਸੰਗ ਦੇ ਵਿੱਚ ਮਿਲ ਕੇ ਰਹਿੰਦਾ ਹਮੇਸ਼ਾ ਤੇ ਸ਼ਬਦ ਕੀਰਤਨ ਕਰਦਾ ਰਹਿੰਦਾ ਹੈ, ਸੱਚ ਦੇ ਨਾਲ ਪਿਆਰ ਕਰਦਾ, ਉਹ ਆਪਦੀ ਹਿਰਦੇ ਵਾਲੀ ਮੈਲ ਤਾਂ ਕੱਟ ਹੀ ਲੈਂਦਾ ਤੇ ਆਪਦੀਆਂ ਕੁਲਾਂ ਦਾ ਵੀ ਉਧਾਰ ਕਰਦਾ ਹੈ। ਕਹਿੰਦੇ ਜੋ ਜੋ ਕਥੈ ਸੁਣੇ ਹਰ ਕੀਰਤਨ ਤਿਸਕਾ ਹੋਏ ਉਧਾਰ। ਜਿਹੜਾ ਜਿਹੜਾ ਵੀ ਇਸ ਕੀਰਤਨ ਨੂੰ ਕਥਾ ਨੂੰ ਸੁਣਦਾ ਹੈ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਕੀਰਤਨ ਤੋਂ ਵੱਡਾ ਕੋਈ ਬੰਦਾ ਨਹੀਂ, ਪ੍ਰਧਾਨ ਸਭ ਤੋਂ ਵੱਡਾ ਹੁੰਦਾ ਹੈ। ਸਭ ਤੋਂ ਵੱਡਾ ਕੀਰਤਨ ਹੈ, ਦਾਨ ਹੈ, ਪੁੰਨ ਹੈ, ਸੰਧਿਆ ਤਰਪਣ ਗਾਇਤਰੀ ਇਸ਼ਨਾਨ ਜਪ ਕੁਛ ਵੀ ਲਾ ਲਓ, ਸਭ ਕੁਝ ਇਹਦੇ ਹੇਠਾਂ ਹੈ। ਸਭ ਦਾ ਪ੍ਰਧਾਨ ਕੀਰਤਨ ਹੈ। ਜਿਹੜੇ ਸਾਧਨ ਨੇ ਉਹ ਤਾਂ ਸਫਲੇ ਨੇ ਜੇ ਕੀਰਤਨ ਕਰਾਂਗੇ ਸੁਣਾਂਗੇ। ਪ੍ਰਧਾਨ ਦੀ ਆਗਿਆ ਵਿੱਚ ਸਾਰੇ ਚੱਲਦੇ ਨੇ। ਤਾਂ ਇਸ ਲਈ ਜੇ ਪ੍ਰਧਾਨ ਦੇ ਨਾਲ ਹੀ ਆਪਾਂ ਬਣਾ ਲਈਏ ਫਿਰ ਕਿਸੇ ਹੋਰ ਕੋਲ ਤਰਨਾ ਮਾਰਨ ਦੀ ਲੋੜ ਹੀ ਨਹੀਂ ਪੈਂਦੀ। ਜਿਹੜਾ ਕੀਰਤਨ ਹੈ ਇਹਦੇ ਨਾਲ ਆਪ ਤਾਂ ਤਰਦਾ ਇਨਸਾਨ, ਕੁਲਾਂ ਨੂੰ ਵੀ ਪਾਰ ਉਤਾਰਦਾ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰਦਰ ਕੇ ਪਾਸਿਓਂ ਜਾਈਂਦਾ। ਇਸ ਲਈ ਸੋ ਜਿਹੜੇ ਗੁਰਮੁਖ ਨੇ ਆਪ ਤਰੇ ਤਾਰੇ ਨਸਰੇਠਾ। ਰਾਗੀ ਗੁਰਮੇਸ਼ ਸਿੰਘ ਜੀ ਵਰਗੇ ਗੁਰਮੁਖ ਪਿਆਰੇ, ਹੁਣ ਦਾ ਬੜਾ ਚਿਰ ਹੋ ਗਿਆ ਰਿਟਾਇਰ ਹੋਇਆ ਨੂੰ। ਆਪਾਂ ਜਦੋਂ ਵੀ ਸਮਾਂ ਲੱਗਣਾ ਕੀਰਤਨ ਸੁਣਨ ਬਹਿਣਾ, ਮੈਂ ਉਹਨਾਂ ਦੀ ਇਹ ਸਿਫਤ ਮੰਨਣੀ ਹੈ। ਸਵਾ ਘੰਟਾ ਡਿਊਟੀ ਹੁੰਦੀ ਰਾਗੀ ਸਿੰਘ ਦੀ। ਕਥਾ ਦੇ ਵਿੱਚ ਅਸੀਂ ਇੱਧਰ ਉੱਧਰ ਚਲੇ ਜਾਂਦੇ ਹਾਂ, ਬਲਕਿ ਕਥਾ ਇੱਕ ਪ੍ਰਕਰਨ ਵਿੱਚ ਮੰਨੀ ਜਾਂਦੀ ਹੈ। ਜਿਹੜਾ ਪ੍ਰਕਰਨ ਗੁਰੂ ਜੀ ਨੇ ਸਾਨੂੰ ਦਿੱਤਾ ਉਸ ਪ੍ਰਕਰਨ ਦੇ ਵਿੱਚ ਬੋਲਣਾ ਮੁਨਾਸਬ ਹੈ। ਪਰ ਉਹਨਾਂ ਦੀ ਇਹ ਸਿਫਤ ਮੰਨੀ ਆ ਵੀ ਕਥਾ ਵਾਚਕਾਂ ਬੁਲਾਰਿਆਂ ਦੇ ਨਾਲੋਂ ਵੀ ਏਡਾ ਵੱਡਾ ਗੁਣ। ਇੱਕ ਗਿਆਨੀ ਮੋਹਨ ਸਿੰਘ ਜੀ ਹੈਡ ਗ੍ਰੰਥੀ, ਜਿਹੜੇ ਪ੍ਰਕਰਨ ਦਾ ਹੁਕਮਨਾਮਾ ਕਥਾ ਤੋਂ ਬਗੈਰ ਹੀ ਅੱਧਾ ਘੰਟਾ ਉਸੇ ਤੇ ਪ੍ਰਮਾਣ ਦਿੰਦੇ ਰਹਿਣਾ, ਉਸੇ ਪ੍ਰਕਰਨ 'ਚ। ਰਾਗੀ ਭਾਈ ਗੁਰਮੇਸ਼ ਸਿੰਘ ਜੀ, ਅੱਖਾਂ ਤੋਂ ਭਾਵੇਂ ਨਹੀਂ ਸੀ ਦਿਖਦਾ, ਜੇ ਇੱਕ ਸ਼ਬਦ ਦਰਸ਼ਨ ਦਾ ਪੜ੍ਹ ਦਿੱਤਾ ਤਾਂ ਜਿੰਨਾ ਸਮਾਂ ਉਹਨਾਂ ਨੂੰ ਕੀਰਤਨ ਦਾ ਮਿਲਿਆ ਉਹ ਦਰਸ਼ਨ ਵਾਲੇ ਹੀ ਪ੍ਰਕਰਨ 'ਚ ਸ਼ਬਦ ਪੜ੍ਹਨੇ, ਹੋਰ ਕੋਈ ਪ੍ਰਕਰਨ ਨਹੀਂ। ਇਹ ਨਹੀਂ ਵੀ ਕੋਈ ਸੇਵਾ ਦਾ ਸ਼ਬਦ ਪੜ੍ਹਤਾ ਜਾਂ ਕੁਛ ਹੋਰ, ਇੱਕੋ ਹੀ ਪ੍ਰਕਰਨ ਦੇ ਵਿੱਚ ਸਾਰੇ ਸ਼ਬਦ। ਅਲਾਪਚਾਰੀ, ਰਾਗ ਵਿਦਿਆ, ਪ੍ਰਕਰਨ, ਸੁਰ, ਤਾਲ ਤੇ ਸਭ ਦਾ ਖਿਆਲ ਰੱਖਦਿਆਂ ਹੋਇਆਂ ਕੀਰਤਨ ਕਰਨਾ। ਔਰ ਇੰਨੇ ਪਿਆਰ ਤੇ ਸ਼ਰਧਾ ਨਾਲ ਉਹਨਾਂ ਨੇ ਬਰੇਲ ਲਿਪੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਭੇਟਾ ਕੀਤਾ। ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ, ਕਈਆਂ ਨੇ ਉਹਨਾਂ ਦੇ ਲਿਖੇ ਹੋਏ ਸਰੂਪ ਤੋਂ ਸਹਿਜ ਪਾਠ ਕੀਤਾ ਹੈ, ਜਿਨ੍ਹਾਂ ਨੂੰ ਦਿਖਦਾ ਨਹੀਂ ਹੈ। ਇਹ ਵੀ ਇੱਕ ਵਿਦਿਆ ਹੈ ਬਰੇਲ ਲਿਪੀ ਵਾਲੀ। ਤੋ ਐਸੇ ਜਿਹੜੇ ਗੁਰਮੁਖ ਹਨ, ਗੁਰੂ ਮਹਾਰਾਜ ਉਹਨਾਂ ਦੀ ਕਿਰਪਾ ਕਰਦਾ ਹੈ। ਉਹ ਆਪ ਤਾਂ ਤਰਦੇ ਨੇ, ਉਹਨਾਂ ਦਾ ਵੀ ਉਧਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦਾ ਹੈ। ਗੁਣਾ ਕੀ ਰਾਸ ਸੰਗ੍ਰਹ, ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦੀ ਪੂੰਜੀ ਨੂੰ ਇਕੱਤਰ ਕਰੇ। ਇਹ ਨਹੀਂ ਵੀ ਆਪ ਦਾ ਆਪ ਲੁਟਾਈ ਜਾਏ। ਰਾਸ ਬਰਾਨੀ ਰਾਖ ਦੇ, ਖਾਇਆ ਘਰ ਕਾ ਖੇਦ, ਆਪ ਗੁਣ ਧਾਰਨ ਹੀ ਨਾ ਕਰੇ। ਆਪ ਹੋਰ ਹੀ ਤਰ੍ਹਾਂ ਦਾ ਜੀਵਨ ਹੋਵੇ, ਨਾ ਖਾਣ ਦੀ ਮਰਜ਼ਾਦਾ, ਨਾ ਪੀਣ ਦੀ, ਨਾ ਕੋਈ ਰਹਿਣ ਦੀ, ਨਾ ਕੋਈ ਬਹਿਣ ਦੀ, ਰਹਿਣੀ ਬਹਿਣੀ ਕਹਿਣੀ। ਤੋ ਗੁਰੂ ਸਾਹਿਬ ਦਾ ਸੇਵਾਦਾਰ ਮਰਜ਼ਾਦਾ 'ਚ ਸੰਪੂਰਨ ਹੋਣਾ ਚਾਹੀਦਾ। ਸਤ ਸੰਤੋਖ ਹੋਵੇ ਜੇ ਪਾਸ, ਤਾਂ ਸੁਣ ਸੱਦੇ ਬਹਾਲੇ ਪਾਸ। ਸੋ ਇਉਂ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਇੱਕ ਸੱਚ ਬੋਲੇ, ਇੱਕ ਸੰਤੋਖੀ ਹੋਵੇ। ਧੀਰਜ, ਦਇਆ, ਧਰਮ, ਵਿਚਾਰ ਆਦਿਕ ਸ਼ੁਭ ਗੁਣਾਂ ਦੀ ਪੂੰਜੀ ਨੂੰ ਆਪ ਇਕੱਤਰ ਕਰੇ, ਤਾਂ ਹੀ ਉਹਦਾ ਅਸਰ ਹੋਵੇਗਾ, ਗੁਣਾਂ ਨੂੰ ਵੰਡੇਗਾ। ਅਵਗਣ ਕੱਢੈ ਵੇ ਡਾਰ, ਹਰ
ਗੁਨਾਹਾਂ ਨੂੰ ਮਾਰ ਕੇ ਹਿਰਦੇ ਵਿੱਚੋਂ ਕੱਢ ਦੇਵੇ, ਜਾਂ ਬੜਾਰ ਹੁਸ਼ਿਆਰ ਹੋ ਕੇ ਕੱਢ ਦੇਵੇ। ਨਾਨਕ ਮਿਲਿਆ ਸੋ ਜਾਣੀਐ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਇਹ ਭਾਈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਿ ਕੇਦਾਰਾ ਰਾਗ ਦੁਆਰਾ ਪਰਮੇਸ਼ਰ ਮਿਲੇ ਵਿੱਚ ਮਿਲਿਆ ਹੋਇਆ ਉਹੀ ਜਾਣਿਆ ਜਾ ਸਕਦਾ ਹੈ। ਗੁਰੂ ਨ ਛੋੜੈ ਆਪਣਾ। ਜਿਹੜਾ ਆਪਣਾ ਮਤਲਬ ਆਪ ਦਾ ਗੁਰੂ ਨਹੀਂ ਛੱਡਦਾ, ਜਾਂ ਗੁਰੂ ਦਾ ਆਸਰਾ ਉਪਦੇਸ਼ ਨਹੀਂ ਛੱਡਦਾ। ਦੂਜੈ ਨਾ ਧਰੇ ਪਿਆਰ। ਅਤੇ ਕਿਸੇ ਦੂਜੇ ਦੇਵੀ ਦੇਵਤਿਆਂ ਦੇ ਨਾਲ, ਪਦਾਰਥਾਂ ਦੇ ਨਾਲ ਪਿਆਰ ਨਹੀਂ ਧਰਦਾ। ਜਿਹੜੇ ਗੁਰਦੁਆਰੇ ਦੇ ਰਾਗੀ ਢਾਡੀ ਪ੍ਰਚਾਰਕ ਹਨ, ਗੁਰੂ ਦੇ ਸਿੱਖ ਅੰਮ੍ਰਿਤਧਾਰੀ ਸੇਵਾਦਾਰ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਹੈ। ਹੁਕਮਨਾਮਾ ਵੀ ਬਕਾਇਦਾ ਜਾਰੀ ਕੀਤਾ ਹੈ ਕਿ ਜਿਹੜੀ ਕਥਾ ਹੈ ਅਤੇ ਕੀਰਤਨ ਹੈ, ਸਾਡਾ ਫਰਜ਼ ਬਣਦਾ ਹੈ ਕਿ ਗੁਰਬਾਣੀ ਦਾ ਹੀ ਕਰੀਏ, ਕੋਈ ਆਪਦੀ ਮਨ ਘੜਤ ਕਵਿਤਾ ਨਾ ਬੜੀਏ। ਕਿਸੇ ਧੀ ਪੁੱਤ ਦਾ, ਕਿਸੇ ਮਾਂ ਦਾ ਪ੍ਰਸੰਗ ਬਣਾ ਕੇ ਲੋਕਾਂ ਨੂੰ ਖੁਸ਼ ਕਰਨ ਲਈ ਐਵੇਂ ਲਿਚਕੜਚੀਆਂ ਨਾ ਮਾਰੀਏ। ਜੇ ਮਹਾਰਾਜ ਨੇ ਗੁਣ ਦਿੱਤਾ ਹੈ ਢਾਡੀ ਦਾ ਜਾਂ ਪ੍ਰਚਾਰਕ ਦਾ ਜਾਂ ਰਾਗੀ ਦਾ, ਤੇ ਅਵਲ ਟਬਲੀਆਂ ਮਾਰਨ ਦੀ ਬਜਾਏ ਜਿਵੇਂ ਲੋਕ ਆ ਫੇਸਬੁੱਕ ਤੇ ਆਵਾ ਤਵਾਈ ਬੋਲੀ ਜਾਂਦੇ ਨੇ, ਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ ਤੇ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਇਹ ਨਹੀਂ ਵੀ ਕਿਸੇ ਪਖੰਡੀ ਦੇਹਧਾਰੀ ਬਾਬੇ ਅੱਗੇ ਬਹਿ ਕੇ ਕੀਰਤਨ ਗਾਈ ਜਾਓ, ਉਹ ਦੰਦੀਆਂ ਜੀਆਂ ਕੱਢੀ ਜਾਏ, ਆਪ ਗੱਦੀ ਤੇ ਬੈਠਾ ਹੋਇਆ ਤੇ ਵਾਜਾ ਫੜ ਕੇ ਉਹਦੇ ਪੈਰਾਂ 'ਚ ਬਹਿ ਕੇ ਗਾਈ ਜਾਓ। ਇਹ ਗੁਨਾਹ ਹੈ, ਗੁਰਬਾਣੀ ਦੀ ਬੇਅਦਬੀ ਹੈ। ਜਾਂ ਕਿਸੇ ਮੜੀ ਮਸਾਨ ਦੇ ਗੁੜਕੇ ਚੁੱਕ ਕੇ ਲੈ ਜਾਓ ਕਿ ਜੀ ਸੁਖਮਨੀ ਸਾਹਿਬ ਦਾ ਪਾਠ ਕਰਨਾ, ਪਾਠ ਗੁਰਦੁਆਰੇ ਨਹੀਂ ਹੁੰਦਾ। ਜਾਂ ਕਿਸੇ ਪੈਲਸ ਦੇ ਵਿੱਚ ਮਹਾਰਾਜ ਨੂੰ ਚੁੱਕੀ ਫਿਰੋ, ਮਹਾਰਾਜ ਨੇ ਕਿਹੜਾ ਬੋਲਣਾ, ਕਿਉਂਕਿ ਅਸੀਂ ਤਾਂ ਮਾਲਕ ਹਾਂ। ਗੁਰਦੁਆਰੇ ਦੇ ਗੁੜਕੇ ਪੋਥੀਆਂ ਸਾਡੇ ਹੀ ਨੇ, ਪੈਸੇ ਦੇ ਕੇ ਆਪਾਂ ਖਰੀਦੇ ਨੇ, ਸੇਵਾ ਸਾਡੀ ਹੈ। ਜਿੱਥੇ ਮਰਜ਼ੀ ਟਰੰਕ ਚੁੱਕਿਆ ਗੁੜਕੇ ਲੈ ਗਏ, ਜਿੱਥੇ ਮਰਜ਼ੀ ਮਹਾਰਾਜ ਚੁੱਕਿਆ ਤੇ ਲੈ ਗਏ। ਸੋ ਜਿਸ ਤਰ੍ਹਾਂ ਦਾ ਸਾਡਾ ਰੀਤੀ ਰਿਵਾਜ ਹੈ, ਉਸੇ ਤਰ੍ਹਾਂ ਦਾ ਹੀ ਮਹਾਰਾਜ ਨੂੰ ਬਣਾ ਲਿਆ। ਕਿਸੇ ਖੇੜੇ ਤੇ ਮੇਲਾ ਜਾਂ ਜਗ ਭੰਡਾਰਾ, ਉੱਥੇ ਜਾ ਕੇ ਸੁਖਮਨੀ ਸਾਹਿਬ ਪੜ੍ਹਤਾ। ਕਿਤੇ ਕਿਸੇ ਦੀਆਂ ਲਾਵਾਂ ਪੈਲਸ 'ਚ ਮਹਾਰਾਜ ਲੈ ਗਏ। ਬਕਾਇਦਾ ਸਿੰਘ ਸਾਹਿਬਾਂ ਦਾ ਆਰਡਰ ਹੈ, ਪੰਜਾਂ ਪਿਆਰਿਆਂ ਦਾ, ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁਣ ਸਾਡਾ ਘਰ ਹੈ। ਜੇ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾਵਾਂ, ਕਹਾਂਗੇ ਵੀ ਇੱਥੇ 3 ਦਿਨ ਰਹਿਣਾ ਜ਼ਬਰਦਸਤੀ, ਤੁਹਾਡਾ ਦਿਲ ਲੱਗੂਗਾ? ਬਿਨਾਂ ਕੰਮ ਤੋਂ ਬਿਲਕੁਲ ਨਹੀਂ। ਇਹ ਠੀਕ ਹੈ, ਸਿੱਖ ਦੀ ਸ਼ਰਧਾ ਹੁੰਦੀ ਹੈ, ਪਰ ਸ਼ਰਧਾਵਾਨ ਪਿਆਰ ਵਾਲਾ ਸਿੱਖ ਚਾਹੀਦਾ। ਮੜੀਆਂ ਮਸਾਣਾ ਕਬਰਾਂ ਦੇ ਦਾ ਆਪਣਾ ਜੀ ਨਹੀਂ ਕਰਦਾ, ਇੱਕ ਮਿੰਟ ਨਹੀਂ ਖਲੋਣ ਨੂੰ ਜੀ ਕਰਦਾ, ਨਾ ਕੋਈ ਉੱਥੇ ਮਰਿਆਦਾ, ਨਾ ਗੱਲ, ਨਾ ਬਾਤ। ਪੈਲਸਾਂ ਦੇ ਵਿੱਚ ਵੇਖੋ, ਆਮ ਬੰਦਾ ਖੜਾ ਜਿਹੜਾ ਇੱਜ਼ਤਦਾਰ ਹੈ, ਉਹਨੂੰ ਸ਼ਰਮ ਆਉਂਦੀ ਹੈ ਵੀ ਕੀ ਹੋ ਰਿਹਾ ਹੈ, ਮੈਂ ਖਲੋਤਾ ਕਿੱਥੇ ਹਾਂ। ਇੱਕ ਪਾਸੇ ਮੀਟ ਮੁਰਗਾ ਚੱਲਦਾ ਹੋਊਗਾ, ਡਰਿੰਕ ਦੇ ਵਿੱਚ ਹੀ ਸਾਰਾ ਕੁਝ, ਇੱਕ ਪਾਸੇ ਨਾਚ ਗਾਣਾ, ਦੂਜੇ ਪਾਸੇ ਤੇ ਉੱਥੇ ਕੋਈ ਮਹਾਰਾਜ ਦੀ ਮਰਿਆਦਾ ਥੋੜ੍ਹੋ, ਕੋਈ ਚਰਨ ਗੰਗਾ ਥੋੜ੍ਹੋ ਬਣੀ ਆ, ਸਾਰੇ ਬੂਟ ਜਰਾਬਾਂ ਵਾਲੇ। ਇਸ ਲਈ ਜਿਹੜਾ ਗੁਰੂ ਸਾਹਿਬ ਦਾ ਘਰ ਹੈ, ਮਹਾਰਾਜ ਦਾ ਘਰ ਬਣਾਇਆ ਕਾਹਤੋਂ, ਬੰਦਾ ਪੁੱਛੇ। ਕਿੰਨਾ ਵੇਖੋ ਕੀਮਤੀ ਪੱਥਰ, ਕਿੰਨਾ ਸੋਨਾ, ਕਿੰਨੇ ਕਿੰਨੇ ਵਧੀਆ ਸੱਚਖੰਡ ਬਣਾਏ ਨੇ। ਇਹ ਗੁਰੂ ਸਾਹਿਬ ਦਾ ਘਰ ਹੈ, ਸਾਡਾ ਘਰ ਸਾਡਾ ਘਰ ਹੈ। ਜਿੰਨਾ ਮਰਜ਼ੀ ਕਹੀਏ ਵੀ ਇਹ, ਕਈਆਂ ਨੇ ਲਿਖ ਕੇ ਵੀ ਲਾਇਆ ਹੁੰਦਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵੀ ਇਹ ਮਹਾਰਾਜ ਦਾ ਘਰ ਹੈ, ਬਿਲਕੁਲ ਨਹੀਂ, ਉਹ ਸਾਡਾ ਘਰ ਹੈ। ਜੇ ਮਹਾਰਾਜ ਦਾ ਘਰ ਹੋਵੇ, ਉੱਥੇ ਟੀਵੀ ਭਲਾ ਕਿਉਂ ਲੱਗੇ ਦੱਸੋ, LCD ਭਲਾ ਕਿਉਂ ਲੱਗੇ? ਅੱਜ ਕੱਲ੍ਹ ਤਾਂ ਮੋਬਾਇਲ ਤੇ ਸਭ ਗੰਦਮੰਦ ਆਉਂਦਾ, ਇੱਕ ਪਾਸੇ ਅਖੰਡ ਪਾਠ ਚੱਲਦਾ ਹੁੰਦਾ, ਦੂਜੇ ਪਾਸੇ ਮੋਬਾਇਲ ਤੇ ਲੋਕ ਲੱਗੇ ਹੁੰਦੇ ਨੇ। ਪੌੜੀਆਂ ਥੱਲੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਹੁੰਦਾ, ਆਪ ਅਸੀਂ ਚੁਬਾਰੇ ਚੜੇ ਹੁੰਦੇ ਹਾਂ। ਮੰਨ ਲਓ ਜੀ ਅਸੀਂ ਅੰਮ੍ਰਿਤਧਾਰੀ ਹਾਂ ਤੇ ਸਾਡਾ ਮਾਮਾ, ਚਾਚਾ, ਤਾਇਆ, ਕੋਈ ਫੁੱਫੜ ਬਾਹਰੋਂ ਆ ਗਿਆ, ਮੈਂ ਆਪ ਵੇਖਿਆ, ਅਗੇ ਜੀ ਇਹਨੂੰ ਤਾਂ ਨੀਂਦ ਹੀ ਨਹੀਂ ਆਉਂਦੀ, ਉਹਨੇ ਜਹਾਜ਼ 'ਚੋਂ ਵੀ ਵਿਸਕੀ ਲੈਣ ਦੀ ਤੁਸੀਂ ਨਹੀਂ ਵੀ ਲਿਆ ਕੇ ਦਿੱਤੀ, ਦੱਸੋ ਉੱਥੇ ਕੀ ਹੋਊਗਾ? ਉਹ ਮਹਾਰਾਜ ਦੀ ਮਰਿਆਦਾ ਥੋੜ੍ਹੋ, ਸਤਿਕਾਰ ਥੋੜ੍ਹੋ। ਪਹਿਲਾਂ ਮੇਰੀ ਸੋਚ ਹੁੰਦੀ ਸੀ ਪਿੰਡ ਘਰ ਹੁੰਦਾ,
आगे शहर बनेगा तो महाराज प्रकाश करांगे। फिर जदों गुरु साहब ने सब कुछ बख्श दिता तो उदों नाल संगत विचों ये भी सुनिया भी घर च नहीं महाराज प्रकाश करीदा, सत्कार नहीं रहिंदा। आपदा नहावो धोवो मूँह हथ धोवो। न्याणे तो घराड़े मार रहे हैं, जाते सारे उठ के कीर्तन करन ते सुन, संगत होए बकायदा। कोई नहा रहा, कोई धो रहा, कोई नंगा सिर है, कोई कुछ है, कोई कुछ है। तो जिन्हें दर्शन करने महाराज के कोल आए चल के, गुरु साहब का घर ही गुरु साहब का है, साडी कोठी साडी है, साडा घर साडा। तो बहुत ही ज़्यादा श्रद्धा नहीं जनानी चाहिए। आपदा प्रेम उन्ना क रखे जिन्ना क निभ जाए। बहुते प्रेम नाल भी श्रद्धा टुट जाती है। तो इसलिए गुरुद्वारे हर कीर्तन सुनिए, सतगुर भेट हर जस मुख बनिए। यही कथा मैं आपदे घर छो के बह जाऊँगा, वो गल ही नहीं बनूगी, न्याणे रौला पाई जाएंगे। तो इस वास्ते वो जगह भी इस तरह की है, साढ़े सौण की, साढ़े बहन की, साढ़े खलोण की। उत्थे जुत्तियां जोड़े किनू आखांगे अगे ना लैके आओ, बड़ा औखा है। कथा ते कीर्तन का असली आनंद गुरुद्वारे ही है, और असली जगह इत्थे ही है जिथे बैठ के आपां करते सुन रहे हैं। और उन्ना क चिर रहना चाहिए जिन्ना क चिर इथों की मर्यादा है। जे बहुता लंबा समा टिकांगे वो सत्कार नहीं रहूगा। तो इत्थे महाराज का सुंदर सचखंड पलंगा साहब प्रकाश स्थान, बकायदा सेवादार सैकड़े के हिसाब नाल अगे पिछे, एक दी ड्यूटी खत्म फिर दूजा। कल्ले बंदे कोलों सत्कार नहीं हुंदा, किते रिश्तेदारी दे जाना हुंदा, राह खैड़े च बंदा किते आया, कपड़े लीड़े गंदे मंदे ने, सेवा च विघन पैंदा है। कई कनेडा अमरीका तुरे फिरदे, महाराज घर पेटी च रखिया होया, फिर बाहरों फोन करनगे भी गुरुद्वारे लै जाओ भाई। इस तरह 100 गल्लां बातां हन। रागी सिंह प्रचारक जो हैं उन्होंने बकायदा हुक्म है, किसी पैलस दे विच, किसी मड़ी कबर ते, किसी देहधारी गुरु बाबे के पैरों च बैठ के ना दा कीर्तन करना, ना शब्द की विचार करनी है। गुरुद्वारा हर कीर्तन सुनिए ते नाल गुरु साहब का प्रकाश होना चाहिए। क्योंकि जब असीं करांगे महाराज तो बगैर, मत्था तो लोग सानू ही टेकणगे। संगत जुड़ी है, किसी के मरग का भोग है या ब्याह शादी का समागम है, हुण कल्ला बंदा चौंकड़ा मार के बह के बोलन लग पऊगा, उन्होंने ही मत्था टेकी जाना। तो गुरु साहब का प्रकाश तो होना चाहिए। सत संगत कैसी जानी है, जिथे एको नाम खानी है, एको नाम हुक्म है, नानक सतगुरु दिया बुझाई जी। जिहड़ी भेटा अर्पण करनी है, मत्था टेकना है, ये गुरबाणी के सत्कार लई धन गुरु ग्रंथ साहब नूं अपना मनना ते पूजना, दर्शन गुरु ग्रंथ साहब दे करने ते बाकी आपां किसी दी हौसला अफजाई कर सकते हो, गल वखरी है। इस वास्ते ये मर्यादा नूं मुख रखना। बड़े महापुरख दमदमी टकसाल दे 12वें जथेदार संत ज्ञानी गुरबचन सिंह जी खालसा पिंडा वाले अज तां स्टेज ते भी बैठ जाते हैं, ते पर वो जद भी कथा करते तो गुरु ग्रंथ साहब जी की पावन हजूरी विच ही गुरु ग्रंथ साहब तो वेख के ही करते, ताकि किसी नूं भुलेखा ना पै जाए भी बाबा आपे ही बोली जा रहा या बाबे तो उपदेश सुनिया। उपदेश गुरु ग्रंथ साहब का है। नानक सर संप्रदाय वाले महापुरख अज भी तुसीं पुरनियां ते जाओ, जिथे दीवान लगता दीवान हाल च, मैं हमेशा उत्थे दर्शन करके मत्था टेक के आउणा। उस टोए नूं मत्था टेकी दा, जिहड़ा टोआ बाबा नंद सिंह जी की याद विच उन्हां बनाया होया, सब तो उच्चा टमने दे चाढ़ के गुरु ग्रंथ साहब का प्रकाश करते हैं पुरातन, जिस चों गुरु नानक साहब के दर्शन होए सन। गुरुद्वारा सारा गढ़ी फिरोजपुर विखे, ते उन्हां तो हेठां अगे शस्त्र या फुल माला, ते हेठां बाबा नंद सिंह जी महापुरख टोआ पुट के बैठते हुंदे सन। संगत के आम बैठण का स्थान भी उच्चा, ते आप जद भी आसा दी वार लाउणी, उन्हां महापुरखां दी मैं कईयां दी मर्यादा वेखी है भी वो गुरु ग्रंथ साहब वल मूँह करके आसा दी वार का कीर्तन करदे भी गुरु साहब नूं खुश करना है।
ਮਹਾਰਾਜ ਦੇ ਅੱਗੇ ਥਾਲ ਰੱਖ ਕੇ ਬੈਠੇ ਰਹਿਣਾ ਤੇ ਬੇਨਤੀਆਂ ਕਰਦੇ ਰਹਿਣਾ ਵੀ ਗੁਰੂ ਸਾਹਿਬ ਕਿਰਪਾ ਕਰੋ, ਲੰਗਰ ਭੋਜਨ ਪ੍ਰਸ਼ਾਦ ਛਕੋ। ਫਿਰ ਪਰਦਾ ਕਰਕੇ ਬਾਹਰ ਆ ਜਾਣਾ, ਇਉਂ ਸ਼ਰਧਾ ਪ੍ਰੇਮ ਜਨਾਉਣਾ। ਇਸ ਲਈ ਜੇ ਤੁਸੀਂ ਸਤਿਕਾਰ ਵੇਖਣਾ ਤੇ ਨਾਨਕਸਰ ਸਾਹਿਬ ਜਾ ਕੇ ਦੇਖੋ। ਅਸਲੀ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਮਹਾਂਪੁਰਖਾਂ ਦੇ ਕੋਲ ਹੈ। ਸਾਡਾ ਕੋਈ ਸੰਤ ਬਣ ਜਾਏ ਤੇ ਉਹ ਮੱਥਾ ਟੇਕਣੋਂ ਵੀ ਹਟ ਜਾਂਦਾ। ਲੋਕ ਦਰਸ਼ਨ ਕਰਨ ਲੱਗ ਪਏ ਨੇ, ਕੁਰਸੀ ਲਾ ਕੇ ਬਹਿ ਜਾਣਾ ਜਾਂ ਗੱਦੀ ਲਾ ਕੇ ਬਹਿ ਜਾਣਾ, ਬਾਹਰ ਕਿਤੇ ਮੱਥਾ ਵੀ ਨਹੀਂ ਟੇਕਣਾ, ਸੰਗਤ 'ਚ ਵੀ ਨਹੀਂ ਆਉਣਾ, ਕਥਾ ਕੀਰਤਨ ਵੀ ਸੁਣਨੋਂ ਹਟ ਜਾਣਾ। ਜਿਹੜਾ ਨਾਨਕਸਰ ਦਾ ਸੰਤ ਹੋਊਗਾ ਉਹਦਾ ਰਿਕਾਰਡ ਹੈ ਵੀ ਸੰਤ ਖੁਦ ਆਪ ਜਾ ਕੇ ਰਹਿਰਸ ਪੜੂਗਾ ਜਾਂ ਆਰਤੀ ਕਰੂਗਾ ਜਾਂ ਸੁਖਮਨੀ ਸਾਹਿਬ ਪੜੂਗਾ। ਜਿੰਨੇ ਵੀ ਉੱਥੇ ਸੰਤ ਬੈਠੇ ਨੇ ਉਹਨਾਂ ਦੀ ਸਾਰਿਆਂ ਦੀ ਪੁਰਾਣੀ ਡਿਊਟੀ ਚੱਲੀ ਆਉਂਦੀ ਹੈ। ਕਿਸੇ ਨੇ ਪ੍ਰਕਾਸ਼ ਕਰਨਾ ਖੁਦ ਆਪਦੇ ਹੱਥੀਂ, ਕਿਸੇ ਨੇ ਅੰਮ੍ਰਿਤ ਵੇਲੇ ਦਾ ਭੋਗ ਲਵਾਉਣਾ, ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ, ਕਿਸੇ ਨੇ ਆਸਾ ਦੀ ਵਾਰ ਗਾਉਣੀ ਖੁਦ ਆਪ, ਕਿਸੇ ਨੇ ਦੁਪਹਿਰ ਦਾ ਪ੍ਰਸ਼ਾਦੇ ਦਾ ਆਪ ਭੋਗ ਲਵਾਉਣਾ, ਕਿਸੇ ਨੇ ਸ਼ਾਮ ਨੂੰ ਰਹਿਰਸ ਪੜ੍ਹਨੀ, ਕਿਸੇ ਨੇ ਆਰਤੀ ਪੜ੍ਹਨੀ। ਜਿੰਨੇ ਸਾਧੂ ਸੰਤ ਨੇ ਖੁਦ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਹਾਜ਼ਰੀ ਭਰਦੇ। ਇਹ ਸ਼ਰਧਾ ਹੈ, ਇਹ ਪਿਆਰ ਹੈ। ਮਹਾਰਾਜ ਫਰਮਾਉਂਦੇ ਹਨ, ਨਾਨਕ ਮਿਲਿਆ ਸੋ ਜਾਣੀਐ। ਇਹ ਭਾਈ ਕੇਦਾਰਾ ਰਾਗ ਦੁਆਰਾ ਪਰਮੇਸ਼ਰ 'ਚ ਮਿਲਿਆ ਹੋਇਆ ਉਹੀ ਜਾਣਿਆ ਜਾ ਸਕਦਾ ਹੈ। ਗੁਰੂ ਨਾ ਛੋੜੈ ਆਪਣਾ। ਜੋ ਪੈਸੇ ਖਾਤਰ ਲਾਲਚ ਵਿੱਚ ਆ ਕੇ ਕਿਸੇ ਵੀ ਕੀਮਤ ਦੇ ਆਪਦੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਨਾ ਜਾਵੇ। ਦੂਜੈ ਨਾ ਧਰੇ ਪਿਆਰ। ਕਿਸੇ ਦੇਵੀ ਦੇਵਤੇ ਪੀਰ ਫਕੀਰ ਦੇ ਵਿੱਚ ਜਾਂ ਕਿਸੇ ਹੋਰ ਦੇ ਮਗਰ ਪੈਸੇ ਦੀ ਖਾਤਰ ਜਾਂ ਕਿਸੇ ਹੋਰ ਲਾਲਚ ਵਿੱਚ ਕਿਸੇ ਨਾਲ ਪਿਆਰ ਨਾ ਕਰੇ। ਪਤਿਵਰਤਾ ਧਰਮ 'ਚ ਪਰਪੱਕ ਇਸਤਰੀ ਭਾਵੇਂ ਭੁੱਖੀ ਰਹਿ ਜਾਏ, ਸੀਤਾ ਜੀ ਵਾਂਗ ਭਾਵੇਂ ਜੰਗਲ 'ਚ ਰਹਿਣਾ ਪਏ, ਪਰ ਉਹ ਆਪਦੇ ਪਤੀ ਦਾ ਪਿਆਰ ਤੇ ਸ਼ਰਧਾ ਨਹੀਂ ਛੱਡਦੀ ਹੈ। ਇਉਂ ਗੁਰੂ ਦੇ ਸਿੱਖ ਦਾ ਜੀਵਨ ਹੋਣਾ ਚਾਹੀਦਾ ਸੀਤਾ ਵਰਗਾ। ਮਹਾਰਾਜ ਨੇ ਨਾਮ ਲਿਖਿਆ ਜਪਜੀ ਸਾਹਿਬ 'ਚ, ਤਿੱਥੈ ਸੀਤੋ ਸੀਤਾ ਮਹਿਮਾ ਮਾਹੀ। ਜਿਹੜਾ ਗੁਰਸਿੱਖ ਦੇ ਮਨ 'ਚ ਗੁਰੂ ਦੀ ਮਹਿਮਾ ਵਸੀ ਰਹਿਣੀ, ਇਹੀ ਸੀਤਾ ਹੈ। ਮਹੱਲਾ ਚੌਥਾ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਸਾਗਰ ਦੇਖਾਂ ਡਰ ਮਰੋ। ਇਹ ਪ੍ਰਭੂ ਪਰਮਾਤਮਾ ਜਦੋਂ ਜਗਿਆਸੂ ਸੰਸਾਰ ਰੂਪ ਸਮੁੰਦਰ ਵੱਲ ਵੇਖਦਾ ਤਾਂ ਉਹ ਡਰ ਦੇ ਨਾਲ ਹੀ ਮਰ ਜਾਂਦਾ, ਭਾਵ ਸਹਿਮ ਜਾਂਦਾ ਹੈ। ਭੈ ਤੇਰਾ ਡਰ ਨਾਹੀ। ਇਸ ਵਿਕਾਰਾਂ ਦੇ ਠਾਠਾ ਮਾਰਦੇ ਪਾਣੀ ਤੋਂ ਮੈਂ ਕਿਵੇਂ ਬਚ ਕੇ ਪਾਰ ਲੰਘਾਂਗਾ, ਪਰ ਹੇ ਪ੍ਰਭੂ ਤੇਰੇ ਸਰੂਪ ਦਾ ਖੌਫ ਧਾਰਨ ਨਾਲ ਸੰਸਾਰ ਦਾ ਕੋਈ ਵੀ ਡਰ ਨਹੀਂ ਰਹਿੰਦਾ। ਗੁਰ ਕੈ ਸ਼ਬਦ ਸੰਤੋਖੀਆ। ਫਿਰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜਿਸ ਦੇ ਚਿੱਤ ਦੀ ਬਿਰਤੀ ਸੰਤੋਖ ਦੇ ਸਹਿਤ ਸੰਤੁਸ਼ਟ ਹੋ ਗਈ ਹੈ। ਨਾਨਕ ਬਿਗਸਾ ਨਾਏ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਉਹਦਾ ਚਿੱਤ ਤੇਰੇ ਨਾਮ ਕਰਕੇ ਕਰਨਾ ਮੁਦਤਾ ਅਪੇਖਿਆ ਮੈਤਰੀ ਰੂਪ ਪੰਖੜੀਆਂ ਦੇ ਸਹਿਤ ਖੇਡਾਇਆ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਚੜ ਬੋਏ ਥੈ ਚਾਲ ਸਾਓ। ਜਿਹੜਾ ਸੰਸਾਰ ਸਮੁੰਦਰ ਸਾਗਰ ਲਹਿਰੀ ਦੇ। ਸੋ ਸੰਸਾਰ ਸਮੁੰਦਰ ਵਿਸ਼ੇ ਪਦਾਰਥਾਂ ਨੂੰ ਪਾਣੀ ਨਾਲ ਭਰਿਆ ਹੋਇਆ ਆਸਾ ਤ੍ਰਿਸ਼ਨਾ ਕਾਮ ਕ੍ਰੋਧ ਆਦਿਕ ਵਿਕਾਰਾਂ ਦੀਆਂ ਲਹਿਰਾਂ ਦੇਣਾ ਕਰਦਾ ਹੈ। ਇਸ ਤੋਂ ਗੁਰਾਂ ਨੇ ਨਾਮ ਗਿਆਨ ਰੂਪ ਜਹਾਜ਼ ਤੇ ਚੜ੍ਹ ਕੇ ਸਾਨੂੰ ਪਾਰ ਲੰਘਾਉਣਾ ਕੀਤਾ। ਇਹਦੇ ਤੇ ਚੜ੍ਹ ਕੇ ਚੱਲਣਾ ਕਰੀਏ। ਠਾਕ ਨਾ ਸੱਚਾ ਬੋਹ ਥੈ। ਕਦੋਂ ਸੱਚੇ ਨਾਮ ਗਿਆਨ ਰੂਪੀ ਜਹਾਜ਼ ਨੂੰ ਕੋਈ ਰੋਕ ਨਹੀਂ ਪੈਂਦੀ। ਜੇ ਗੁਰ ਧੀਰ ਕਦੇ। ਜੇਕਰ ਆਸਾ ਤ੍ਰਿਸ਼ਨਾ ਕਾਮ ਕ੍ਰੋਧ ਰੂਪ ਪ੍ਰਭ ਲਹਿਰਾਂ ਵਿੱਚ
ਗੁਰੂ ਰੂਪੀ ਮਲਾ ਧੀਰਜ ਹੌਸਲਾ ਦੇਵੇ। ਤਿਤ ਦਰ ਜਾਏ ਉਤਾਰੀਆ, ਜੇਕਰ ਮਹਾਰਾਜ ਫਰਮਾਉਂਦੇ ਨੇ ਗੁਰ ਦਿਸੈ ਸਾਵਧਾਨ, ਗੁਰੂ ਰੂਪੀ ਮਲਾਹ ਸਾਵਧਾਨ ਦਿਸਦਾ, ਭਾਵ ਤਾਰਨ ਨੂੰ ਸਮਰੱਥ ਦਿਖਦਾ, ਤਦੋਂ ਗੁਰੂ ਰੂਪੀ ਮਲਾਹ ਉਸ ਦੁਆਰੇ ਤੇ ਜਾ ਕੇ ਉਤਾਰ ਦਿੰਦੇ ਨੇ ਜਿੱਥੇ ਜਿੱਥੇ ਕਿਸੇ ਦੀ ਭਾਵਨਾ ਹੁੰਦੀ ਹੈ, ਜਾਂ ਜਿੱਥੇ ਗੁਰੂ ਜੀ ਆਪ ਸਥਿਤ ਨੇ ਉਥੇ ਗਿਆਨ ਰੂਪੀ ਦਰ ਚ ਸਥਿਤ ਕਰ ਦਿੰਦੇ ਹਨ। ਨਾਨਕ ਨਦਰੇ ਪਾਈਐ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਨਾਮ ਗਿਆਨ ਰੂਪੀ ਜਹਾਜ਼ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਪਾਇਆ ਜਾਂਦਾ ਹੈ। ਦਰਗਹ ਚੱਲੈ ਮਾਨ, ਹਰ ਸੱਚਖੰਡ ਰੂਪ ਦਰਗਾਹ ਵਿੱਚ ਵੀ ਮਨੁੱਖ ਮਾਣ ਸਨਮਾਨ ਦੇ ਸਹਿਤ ਚੱਲਦਾ। ਸੱਚਖੰਡ 'ਚ ਉਹਦੇ ਸਤਿਕਾਰ ਦੀਆਂ ਗੱਲਾਂ ਚੱਲਦੀਆਂ, ਸੁਖ ਪਾਲਕੀਆਂ ਵਿੱਚ ਉਹਨਾਂ ਨੂੰ ਲਿਜਾਇਆ ਜਾਂਦਾ ਹੈ। ਪੌੜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ, ਨੇਹ ਕੰਟਕ ਰਾਜ ਪੁੰਚ ਤੂ, ਇਸ ਲਈ ਹੇ ਭਾਈ ਤੂੰ ਨਿਰਵਿਘਨ ਕਾਮ ਕ੍ਰੋਧ ਰੂਪ ਦੁਸ਼ਮਣ ਤੋਂ ਰਹਿਤ ਕਰਨ ਵਾਲੇ ਗਿਆਨ ਰੂਪੀ ਰਾਜ ਦੇ ਆਦ ਨੂੰ ਭੋਗਣਾ ਕਰ। ਗੁਰਮੁਖ ਸੱਚ ਕਮਾਈ, ਅਤੇ ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਦੁਆਰਾ ਸੱਚ ਨਾਮ ਵਾਹਿਗੁਰੂ ਨੂੰ ਕਮਾਉਣਾ ਕਰ। ਸੱਚੈ ਤਖਤਾ ਬੈਠਾ ਨਿਆਉ ਕਰ, ਜੋ ਪ੍ਰਭੂ ਸੱਚੇ ਸਰੂਪ ਸੱਚਖੰਡ ਸੰਸਾਰ ਰੂਪ ਸਿੰਘਾਸਨ ਤੇ ਬੈਠਾ ਹੋਇਆ ਸੱਚਾ ਇਨਸਾਫ ਕਰਦਾ ਹੈ। ਸਤ ਸੰਗਤ ਮੇਲ ਮਿਲਾਈ, ਉਹ ਤੈਨੂੰ ਸਤਸੰਗ ਦੇ ਮੇਲ ਦੁਆਰਾ ਆਪਣੇ ਨਾਲ ਮੇਲ ਲਵੇਗਾ। ਸੱਚਾ ਉਪਦੇਸ਼ ਹਰ ਜਪਣਾ, ਜਿਸ ਨੇ ਗੁਰਾਂ ਦਾ ਸੱਚਾ ਉਪਦੇਸ਼ ਗ੍ਰਹਿਣ ਕਰਕੇ ਪਰਮੇਸ਼ਰ ਨੂੰ ਜਪਣਾ ਕੀਤਾ ਹੈ। ਹਰ ਸੋ ਬਣ ਆਈ, ਉਹਦੀ ਹਰੀ ਪਰਮੇਸ਼ਰ ਨਾਲ ਪ੍ਰੀਤੀ ਬਣ ਆਈ ਹੈ। ਇੱਥੈ ਸੁਖ ਦਾਤਾ ਮਨ ਵਸੈ, ਇਸ ਲੋਕ ਵਿੱਚ ਵੀ ਸੁਖ ਦੇਣ ਵਾਲਾ ਪ੍ਰਭੂ ਉਹਦੇ ਮਨ ਹਿਰਦੇ ਵਿੱਚ ਵਸਦਾ ਹੈ। ਅੰਤ ਹੋਏ ਸਖਾਈ, ਹਰ ਅਖੀਰ ਨੂੰ ਵੀ ਪਰਲੋਕ ਵਿੱਚ ਵੀ ਸਹਾਇਤਾ ਕਰਨ ਵਾਲਾ ਹੁੰਦਾ ਹੈ। ਹਰ ਸੋ ਪ੍ਰੀਤ ਉਪਜੀ, ਜਿਸ ਮਨੁੱਖ ਨੇ ਗੁਰ ਸੋਝੀ ਪਾਈ, ਆਤਮਕ ਸਰੂਪ ਦੀ ਸੋਝੀ ਗਿਆਤ ਗੁਰਾਂ ਦੁਆਰਾ ਪਾਈ ਹੈ, ਉਸ ਦੀ ਹਰੀ ਪਰਮੇਸ਼ਰ ਦੇ ਨਾਲ ਪ੍ਰੀਤੀ ਪੈਦਾ ਹੁੰਦੀ ਹੈ। ਉਸੇ ਦੀ ਹੀ ਪ੍ਰੀਤੀ ਹੁੰਦੀ ਹੈ ਜਿਸ ਨੇ ਗੁਰਾਂ ਦੇ ਨਾਲ ਮਿਲ ਕੇ ਇਹ ਗਿਆਤ ਇਹ ਸੋਝੀ ਪਾਈ ਹੈ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ, ਅੱਗੇ ਤੋਂ ਸਮਤ ਬਖਸ਼ਣੀ। ਇੱਥੈ ਸੁਖ ਦਾਤਾ ਮਨ ਵਸੈ, ਅੰਤ ਹੋਏ ਸਖਾਈ। ਹਰ ਸਿਉ ਪ੍ਰੀਤ ਉਪਜੇ, ਗੁਰ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੋਜੀਆਂ ਵਧਾਈਆਂ। ਰਾਗ ਰਤਨ ਬਰਵਾਰ ਬਰੀਆਂ ਸਬਦ ਸਬਦ ਗਮਣ ਆਈ।